ਨਮਸਕਾਰ। ਅੱਜ ਦਾ ਸਾਡਾ ਟੌਪਿਕ ਜਾਂ ਵਿਸ਼ਾ ਹੈ ਪੋਜ਼ਿਟਿਵ ਥਿੰਕਿੰਗ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਕਾਰਾਤਮਕ ਸੋਚ। ਅੱਜ ਦੇ ਇਸ ਵਿਸ਼ੇ ਵਿੱਚ ਆਪਾਂ ਪੋਜ਼ਿਟਿਵ ਥਿੰਕਿੰਗ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ, ਜਿਸ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੋਜ਼ਿਟਿਵ ਥਿੰਕਿੰਗ ਹੁੰਦੀ ਕੀ ਹੈ ਅਤੇ ਇਹ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ। ਇਹ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ, ਇਹ ਸਾਡੀ ਰੁਜ਼ਗਾਰ ਯੋਗਤਾ ਦੀ ਬੁੱਕ 9ਵੀਂ ਕਲਾਸ ਦੀ ਯੂਨਿਟ 2 ਦੇ ਸੈਸ਼ਨ ਨੰਬਰ 4 ਵਿੱਚੋਂ ਲਿਆ ਗਿਆ ਹੈ, ਜਿਸ ਵਿੱਚ ਸਾਨੂੰ ਪੋਜ਼ੀਟਿਵ ਥਿੰਕਿੰਗ ਜਾਂ ਸਕਾਰਾਤਮਕ ਸੋਚ ਬਾਰੇ ਸਮਝਾਇਆ ਗਿਆ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਅਸੀਂ ਆਪਣਾ ਅੱਜ ਦਾ ਇਹ ਲੈਸਨ ਸ਼ੁਰੂ ਕਰਦੇ ਹਾਂ। ਸਕਾਰਾਤਮਕ ਸੋਚ ਦਾ ਵਜੋਂ ਤੁਹਾਡੇ ਸਕਰੀਨ ਦੇ ਉੱਤੇ ਇੱਕ ਸ਼ਬਦ ਲਿਖਿਆ ਨਜ਼ਰ ਆ ਰਿਹਾ ਹੋਵੇਗਾ, ਇੰਪੋਸੀਬਲ, ਜਿਸ ਦਾ ਮਤਲਬ ਹੁੰਦਾ ਹੈ ਅਸੰਭਵ ਜਾਂ ਇਹ ਕੰਮ ਨਹੀਂ ਹੋ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ। ਲੇਕਿਨ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਸੋਚ ਨੂੰ ਆਪਣੀ ਨੂੰ ਸਥਿਰ ਰੱਖਿਆ ਹੈ। ਲੇਕਿਨ ਜੋ ਸਕਾਰਾਤਮਕ ਸੋਚ ਹੈ, ਜੋ ਕੁਛ ਕਰਨ ਦਾ ਜਜ਼ਬਾ ਰੱਖਦੇ ਨੇ, ਉਹ ਇੰਪੋਸੀਬਲ ਵਰਡ ਵਿੱਚੋਂ ਵੀ ਪੋਸੀਬਿਲਿਟੀ ਲੱਭ ਲੈਂਦੇ ਨੇ। ਜਿਵੇਂ ਕਿ ਥੱਲੇ ਦੇਖਿਆ ਹੋਵੇਗਾ ਤੁਸੀਂ, ਇਹ ਵਰਡ ਆਪਣੇ ਆਪ ਵਿੱਚ ਪੋਸੀਬਲ ਹੈ। ਇਹ ਕਹਿੰਦਾ ਹੈ ਆਈ ਐਮ ਪੋਸੀਬਲ, ਮੈਂ ਇੰਪੋਸੀਬਲ ਨਹੀਂ ਹਾਂ, ਆਈ ਐਮ ਪੋਸੀਬਲ। ਲੇਕਿਨ ਸਾਨੂੰ ਸਿਰਫ ਜ਼ਰੂਰਤ ਹੈ ਆਈ ਔਰ ਐਮ ਨੂੰ ਪੋਸੀਬਲ ਨਾਲੋਂ ਅਲੱਗ ਕਰਨ ਦੀ, ਅਤੇ ਇਹ ਪੋਸੀਬਲ ਹੋ ਜਾਂਦਾ ਹੈ। ਅਤੇ ਇਸ ਨੂੰ ਅਸੀਂ ਸਕਾਰਾਤਮਕ ਸੋਚ ਦੇ ਰੂਪ ਵਿੱਚ ਦੇਖ ਸਕਦੇ ਹਾਂ, ਸਮਝ ਸਕਦੇ ਹਾਂ। ਕਹਿਣ ਦਾ ਮਤਲਬ ਕੀ ਆ ਕਿ ਜਿਹੜੇ ਲੋਕ ਆਪਣੀ ਸੋਚ ਨੂੰ ਸਕਾਰਾਤਮਕ ਰੱਖਦੇ ਨੇ, ਪੋਜ਼ੀਟਿਵਲੀ ਥਿੰਕਿੰਗ ਰੱਖਦੇ ਨੇ, ਉਹ ਲੋਕਾਂ ਦੀਆਂ ਕਮੀਆਂ ਨਹੀਂ ਦੇਖਦੇ। ਉਹ ਕੀ ਕਰਦੇ ਆ, ਜਿਹੜੀਆਂ ਗਲਤ ਚੀਜ਼ਾਂ ਦੇ ਵਿੱਚੋਂ ਵੀ ਉਹਦੀਆਂ ਅੱਛਾਈਆਂ ਲੱਭ ਕੇ ਉਹਨਾਂ ਨੂੰ ਆਪਣੇ ਇਸਤੇਮਾਲ ਵਿੱਚ ਲੈ ਕੇ ਆਉਂਦੇ ਨੇ, ਅਤੇ ਜਾਂ ਉਹਨਾਂ ਤੋਂ ਉਹ ਫਾਇਦਾ ਲੈ ਲੈਂਦੇ, ਆਪਣੀ ਜ਼ਿੰਦਗੀ ਨੂੰ ਗਾਹਾਂ ਵੱਧਦੇ ਨੇ। ਚਲੋ ਜ਼ਿਆਦਾ ਸਮਾਂ ਨਾ ਬਰਬਾਦ ਕਰਦੇ ਹੋਏ ਆਪਾਂ ਅੱਜ ਦੇ ਵਿਸ਼ੇ ਵੱਲ ਚੱਲੀਏ ਅਤੇ ਉਹਦੇ ਬਾਰੇ ਚਰਚਾ ਕਰੀਏ। ਅਤੇ ਜੀ ਹਾਂ, ਮੈਂ ਬੀਟੀ ਵਿਨੋਦ ਕੁਮਾਰ, ਜੋ ਕਿ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀੜਾ ਹੁਸ਼ਿਆਰਪੁਰ ਵਿਖੇ ਬਤੌਰ ਪ੍ਰਾਈਵੇਟ ਸਿਕਿਉਰਿਟੀ ਵੋਕੇਸ਼ਨਲ ਟ੍ਰੇਨਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਸਕਾਰਾਤਮਕ ਸੋਚ ਬਾਰੇ ਜਾਂ ਪੋਜ਼ੀਟਿਵ ਥਿੰਕਿੰਗ ਬਾਰੇ। ਚਲੋ ਹੁਣ ਇਸ ਲੈਕਚਰ ਨੂੰ ਸ਼ੁਰੂ ਕਰਦੇ ਹਾਂ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਜਾਣ ਪਛਾਣ। ਬੱਚਿਓ, ਆਮ ਤੌਰ 'ਤੇ ਇਨਸਾਨ ਦੋ ਤਰ੍ਹਾਂ ਨਾਲ ਚੀਜ਼ਾਂ ਨੂੰ ਵੇਖਦਾ ਜਾਂ ਸੁਣਦਾ ਹੈ, ਜਿਨ੍ਹਾਂ ਵਿੱਚੋਂ ਇੱਕ ਤਾਂ ਹੁੰਦੀ ਹੈ ਪੋਜ਼ੀਟਿਵ ਅਤੇ ਦੂਜੀ ਹੁੰਦੀ ਹੈ ਨੈਗੇਟਿਵ, ਜਾਂ ਇਸ ਨੂੰ ਅਸੀਂ ਸਕਾਰਾਤਮਕ ਜਾਂ ਨਕਾਰਾਤਮਕ ਵੀ ਕਹਿ ਸਕਦੇ ਹਾਂ। ਜਿਸ ਚੀਜ਼ ਬਾਰੇ ਅਸੀਂ ਸਕਾਰਾਤਮਕ ਤਰੀਕੇ ਨਾਲ ਵੇਖਦੇ ਹਾਂ, ਸੋਚਦੇ ਹਾਂ, ਉੱਥੇ ਸਾਡੀ ਸੋਚ ਸਕਾਰਾਤਮਕ ਹੋ ਜਾਂਦੀ ਹੈ। ਅਤੇ ਇਸ ਦੇ ਉਲਟ ਅਗਰ ਕਿਸੇ ਵੀ ਚੀਜ਼ ਬਾਰੇ ਅਸੀਂ ਨਕਾਰਾਤਮਕ ਤਰੀਕੇ ਨਾਲ ਵੇਖਦੇ ਜਾਂ ਸੋਚਦੇ ਹਾਂ, ਉੱਥੇ ਸਾਡੀ ਸੋਚ ਨਕਾਰਾਤਮਕ ਮੰਨੀ ਜਾਂਦੀ ਹੈ। ਲੇਕਿਨ ਹੁਣ ਤੁਹਾਡੇ ਦਿਮਾਗ ਵਿੱਚ ਇੱਕ ਸਵਾਲ ਤਾਂ ਜ਼ਰੂਰ ਆਉਂਦਾ ਹੋਵੇਗਾ ਕਿ ਅਸੀਂ ਤਾਂ ਚਰਚਾ ਕਰਨ ਜਾ ਰਹੇ ਸੀ ਸਕਾਰਾਤਮਕ ਸੋਚ ਬਾਰੇ, ਪਰ ਇਹ ਨਕਾਰਾਤਮਕ ਸ਼ਬਦ ਵਿੱਚੋਂ ਕਿੱਥੋਂ ਆ ਗਿਆ? ਜੀ ਹਾਂ, ਇਹ ਸੱਚਾਈ ਹੈ ਕਿ ਜਿੰਨਾ ਚਿਰ ਅਸੀਂ ਕਿਸੇ ਵੀ ਚੀਜ਼ ਦਾ ਉਸਦੇ ਓਪੋਨੈਂਟ ਜਾਂ ਵਿਰੋਧੀ ਜਾਂ ਪ੍ਰਤੀਦਵੰਦੀ ਨਾਲ ਮੁਲਾਂਕਣ ਨਹੀਂ ਕਰਾਂਗੇ, ਤਾਂ ਸਾਨੂੰ ਫਿਰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਕਿਸ ਵਿੱਚ ਕਿੰਨੀ ਯੋਗਤਾ ਹੈ ਜਾਂ ਕਿਹੜੀ ਚੀਜ਼ ਸਹੀ ਹੈ ਔਰ ਕਿਹੜੀ ਗਲਤ ਹੈ। ਹੁਣ ਉਦਾਹਰਨ ਦੇ ਤੌਰ 'ਤੇ ਇੱਕ ਚੀਜ਼ ਲੈ ਲੈਂਦੇ ਹਾਂ। ਇੱਕ ਗਲਾਸ ਹੈ ਜੋ ਅੱਧਾ ਪਾਣੀ ਨਾਲ ਭਰਿਆ ਹੋਇਆ ਹੈ। ਸਾਡੇ ਕੋਲ ਦੋ ਵਿਅਕਤੀ ਨੇ, ਅਸੀਂ ਉਹਨਾਂ ਨੂੰ ਗਲਾਸ ਦਿਖਾਉਂਦੇ ਹਾਂ। ਉਹਨਾਂ ਵਿੱਚੋਂ ਇੱਕ ਵਿਅਕਤੀ ਤੋਂ ਗਲਾਸ ਬਾਰੇ ਪੁੱਛਦੇ ਹਾਂ ਅਤੇ ਉਹ ਵਿਅਕਤੀ ਕਹਿੰਦਾ ਹੈ ਗਲਾਸ ਅੱਧਾ ਪਾਣੀ ਨਾਲ ਭਰਿਆ ਹੋਇਆ ਹੈ, ਉਸਨੂੰ ਅੱਧਾ ਭਰਿਆ ਨਜ਼ਰ ਆ ਰਿਹਾ ਹੈ। ਅਤੇ ਦੂਸਰੇ ਵਿਅਕਤੀ ਨੂੰ ਜਦੋਂ ਇਸ ਗਲਾਸ ਬਾਰੇ ਪੁੱਛਿਆ ਗਿਆ ਤਾਂ ਉਸ ਵਿਅਕਤੀ ਨੇ ਇਸ ਗਲਾਸ ਨੂੰ ਅੱਧਾ ਖਾਲੀ ਦੱਸਿਆ। ਮਤਲਬ ਆਪਣੀ ਸੋਚ 'ਤੇ ਡਿਪੈਂਡ ਹੈ। ਇੱਕ ਨੂੰ ਗਲਾਸ ਭਰਿਆ ਨਜ਼ਰ ਆ ਰਿਹਾ ਅੱਧਾ, ਇੱਕ ਨੂੰ ਖਾਲੀ। ਇਸ ਸੰਸਾਰ ਵਿੱਚ ਚੀਜ਼ਾਂ ਉਹੀ ਹੁੰਦੀਆਂ ਹਨ, ਪਰ ਇਹ ਸਾਡੀ ਸੋਚ ਜਾਂ ਸਾਡੇ ਨਜ਼ਰੀਏ 'ਤੇ ਡਿਪੈਂਡ ਕਰਦਾ ਹੈ ਕਿ ਸਾਡਾ ਨਜ਼ਰੀਆ ਉਸ ਚੀਜ਼ ਬਾਰੇ ਕਿਸ ਤਰ੍ਹਾਂ ਦਾ ਹੈ। ਕਹਿਣ ਦਾ ਭਾਵ ਕਿ ਅਸੀਂ ਉਸਦੇ ਗੁਣ ਬਾਰੇ ਵੇਖਦੇ ਹਾਂ ਤਾਂ ਸਾਨੂੰ ਆਪਣੀ ਸੋਚ ਜੋ ਹੈ ਉਹ ਪੋਜ਼ੀਟਿਵ ਵੱਲ ਲੈ ਕੇ, ਇਹਦਾ ਮਤਲਬ ਅਸੀਂ ਆਪਣੀ ਸੋਚ ਨੂੰ ਪੋਜ਼ੀਟਿਵ ਵੱਲ ਲੈ ਕੇ ਜਾ ਰਹੇ ਹਾਂ। ਅਗਰ ਉਸ 'ਤੇ ਅਸੀਂ ਅਵਗੁਣਾਂ ਵੱਲ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਸਾਡੀ ਸੋਚ ਆਟੋਮੈਟਿਕਲੀ ਨੈਗੇਟਿਵ ਹੁੰਦੀ ਜਾਵੇਗੀ।
ਜਿਵੇਂ ਕਿ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਇੱਕ ਮਸ਼ਹੂਰ ਬਿਆਨ ਹੈ ਕਿ ਮਨੁੱਖ ਉਹੀ ਬਣਦਾ ਹੈ ਜੋ ਉਹ ਸੋਚਦਾ ਹੈ। ਇਹ ਬਿਆਨ ਹਰੇਕ ਵੱਡੇ ਅਤੇ ਛੋਟੇ ਵਿਅਕਤੀ 'ਤੇ ਲਾਗੂ ਹੁੰਦਾ ਹੈ। ਤੁਸੀਂ ਜ਼ਿੰਦਗੀ ਵਿੱਚ ਸਿਰਫ ਤਾਂ ਹੀ ਸਫਲ ਹੋ ਸਕਦੇ ਹੋ ਜੇ ਤੁਸੀਂ ਸਫਲਤਾ ਪ੍ਰਾਪਤ ਕਰਨ ਪ੍ਰਤੀ ਆਪਣੀ ਸੋਚ ਨੂੰ ਸਕਾਰਾਤਮਕ ਰੱਖਦੇ ਹੋ। ਨਹੀਂ ਤਾਂ ਜੇ ਤੁਸੀਂ ਆਪਣੀਆਂ ਕਮੀਆਂ ਨੂੰ ਲੱਭਦੇ ਰਹੋਗੇ ਜਾਂ ਆਪਣੇ ਘੱਟ ਅੰਦਾਜ਼ੇ ਲਗਾਉਂਦੇ ਰਹੋਗੇ ਆਪਣੇ ਬਾਰੇ, ਤਾਂ ਤੁਸੀਂ ਕਦੀ ਵੀ ਜ਼ਿੰਦਗੀ ਵਿੱਚ ਸਫਲਤਾ ਦੇ ਵੱਲ ਨਹੀਂ ਵੱਧ ਸਕਦੇ। ਹੁਣ ਅਸੀਂ ਗੱਲ ਕਰੀਏ ਇਸ ਦੀ ਪਰਿਭਾਸ਼ਾ ਦੀ। ਸਕਾਰਾਤਮਕ ਸੋਚ ਕੀ ਹੈ? ਸਕਾਰਾਤਮਕ ਸੋਚ ਚੰਗੇ ਅਤੇ ਅਨੁਕੂਲ ਨਤੀਜਿਆਂ ਦੀ ਉਮੀਦ ਕਰਨ ਦਾ ਮਾਨਸਿਕ ਅਤੇ ਭਾਵਨਾਤਮਕ ਰਵੱਈਆ ਹੈ। ਕਹਿਣ ਦਾ ਮਤਲਬ ਇੱਕ ਬਿਹਤਰ ਅਤੇ ਖੁਸ਼ਹਾਲ ਜ਼ਿੰਦਗੀ ਦੀ ਉਮੀਦ ਅਤੇ ਕਲਪਨਾ ਕਰਨਾ, ਜਾਂ ਰੁਕਾਵਟਾਂ, ਮੁਸ਼ਕਲਾਂ ਜਾਂ ਦੇਰੀ ਹੋਣ ਨਾਲ ਦੁਖੀ ਨਾ ਹੋਣਾ। ਮਤਲਬ ਕਿ ਅਗਰ ਤੁਸੀਂ ਕੋਈ ਵੀ ਤੁਹਾਡੀ ਜ਼ਿੰਦਗੀ ਵਿੱਚ ਰੁਕਾਵਟ ਆਉਂਦੀ ਤਾਂ ਦੁਖੀ ਨਹੀਂ ਸਾਨੂੰ ਹੋਣਾ, ਅਸੀਂ ਡਟ ਕੇ ਜ਼ਿੰਦਗੀ ਦਾ ਮੁਕਾਬਲਾ ਕਰਨਾ। ਉਦਾਹਰਨ ਦੇ ਤੌਰ 'ਤੇ ਲੈ ਲੈਂਦੇ ਹਾਂ, 1919 ਵਿੱਚ ਇੱਕ ਉਤਸ਼ਾਹੀ ਨੌਜਵਾਨ ਕਾਰਟੂਨਿਸਟ ਨੂੰ ਕੰਸਾਸ ਸਿਟੀ ਦੇ ਇੱਕ ਅਖਬਾਰ ਵਿੱਚੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਸਦੇ ਸੰਪਾਦਕ ਨੇ ਜਾਂ ਉਸਦੇ ਮਾਲਕ ਨੇ ਉਸਨੂੰ ਇਹ ਕਿਹਾ ਸੀ ਕਿ ਤੇਰੇ ਜਿਹੜੇ ਕਾਰਟੂਨ ਹੈ ਉਹ ਜ਼ਿਆਦਾ ਸਿਰਜਣਾਤਮਕ ਨਹੀਂ ਹੈ। ਅਤੇ ਉਸਦੇ ਬੌਸ ਨੇ ਉਸਨੂੰ ਕੀ ਕਿਹਾ ਕਿ ਤੂੰ ਆਪਣੇ ਇਸ ਕੰਮ ਨੂੰ ਛੱਡ ਕੇ ਕੋਈ ਹੋਰ ਪੇਸ਼ਾ ਚੁਣ ਲਾ ਜਿਸ ਨਾਲ ਤੂੰ ਆਪਣਾ ਵਧੀਆ ਗੁਜ਼ਰ ਬਸਰ ਕਰ ਸਕੇ। ਲੇਕਿਨ ਅਗਰ ਉਹ ਨੌਜਵਾਨ ਕਾਰਟੂਨਿਸਟ ਆਪਣੇ ਬੌਸ ਨੂੰ ਸੁਣਦਾ ਅਤੇ ਉਸ ਦੀ ਨਕਾਰਾਤਮਕ ਸੋਚ ਨੂੰ ਮੰਨਦਾ ਤਾਂ ਸਾਡੇ ਕੋਲ ਵਾਲਟ ਡਿਜ਼ਨੀ ਦਾ ਕੰਮ ਨਹੀਂ ਹੁੰਦਾ। ਹੁਣ ਉਹ ਨੌਜਵਾਨ ਕੌਣ ਸੀ? ਵਾਲਟ ਡਿਜ਼ਨੀ, ਜੋ ਕਿ ਡਿਜ਼ਨੀਲੈਂਡ ਦਾ ਮਾਲਕ, ਮਤਲਬ ਕਿ ਦੁਨੀਆ ਦੀ ਸਭ ਤੋਂ ਵੱਡੀ ਕਾਰਟੂਨਿਸਟ ਜਾਂ ਕਾਰਟੂਨ ਐਨੀਮੇਸ਼ਨ ਕੰਪਨੀ ਦਾ ਮਾਲਕ। ਅਤੇ ਇਸ ਦੀ ਖਾਸ ਗੱਲ ਇਹ ਸੀ ਕਿ ਉਸਨੇ ਡਿਜ਼ਨੀ ਦਾ ਹਰ ਇੱਕ ਕਾਰਟੂਨ ਆਪਣੇ ਹੱਥਾਂ ਨਾਲ ਡਿਜ਼ਾਈਨ ਕੀਤਾ। ਹੁਣ ਅੱਜ ਉਸ ਕੰਪਨੀ ਦੇ ਅੰਡਰ ਕਮ ਸੇ ਕਮ 2 ਲੱਖ ਅਪਰੋਕਸ 2,23,000 ਐਮਪਲੋਈ ਕੰਮ ਕਰਦੇ ਆ। ਅਤੇ ਜੇ ਉਹਦੀ ਇੱਕ ਦਿਨ ਦੀ ਅਸੀਂ ਇਨਕਮ ਨੂੰ ਆਂਕਿਆ ਜਾਵੇ ਤਾਂ ਕਰੀਬ 6,957 ਕਰੋੜ US$ ਪਰ ਡੇ ਦੀ ਇਨਕਮ ਹੈ। ਅਗਰ ਉਹ ਆਪਣੇ ਮਾਲਕ ਦੀ ਨੈਗੇਟਿਵ ਸੋਚ ਨੂੰ ਲੈ ਕੇ ਆਪਣੇ ਪੇਸ਼ੇ ਨੂੰ ਬਦਲ ਦਿੰਦਾ ਤਾਂ ਅੱਜ ਉਹ ਇੰਨੀ ਬੁਲੰਦੀ ਦੇ ਉੱਤੇ ਨਹੀਂ ਪਹੁੰਚਦਾ। ਹੁਣ ਅਗਰ ਅਸੀਂ ਸਕਾਰਾਤਮਕ ਸੋਚ ਦੀ ਸ਼ਬਦਕੋਸ਼ ਵਿੱਚੋਂ ਪਰਿਭਾਸ਼ਾ ਵੱਲ ਚੱਲੀਏ ਤਾਂ ਆਕਸਫੋਰਡ ਕੀ ਕਹਿੰਦੇ ਹੈ? ਆਕਸਫੋਰਡ ਵਿੱਚ ਇਸ ਦਾ ਮਤਲਬ ਹੈ ਕਿ ਕਿਸੇ ਵੀ ਮਾਮਲੇ ਦੇ ਚੰਗੇ ਅਤੇ ਉਸਾਰੂ ਪਹਿਲੂਆਂ 'ਤੇ ਆਪਣੇ ਮਨ ਨੂੰ ਪੱਕੇ ਤੌਰ 'ਤੇ ਕੇਂਦਰਿਤ ਕਰਨ ਦਾ ਅਭਿਆਸ, ਜਾਂ ਫਿਰ ਨਤੀਜਾ ਤਾਂ ਜੋ ਸਕਾਰਾਤਮਕ ਜਾਂ ਵਿਨਾਸ਼ਕਾਰੀ ਰਵੱਈਏ ਅਤੇ ਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇ। ਇਹ ਤਾਂ ਆਕਸਫੋਰਡ ਦੀ ਆ। ਜੇ ਅਸੀਂ ਪਰਿਭਾਸ਼ਾ ਲਈਏ ਕੈਂਬਰਿਜ ਦੀ ਇਸ ਤੋਂ ਅੱਗੇ, ਤਾਂ ਕੈਂਬਰਿਜ ਦੇ ਸ਼ਬਦਕੋਸ਼ ਦੀ ਗੱਲ ਕਰੀਏ ਤਾਂ ਉਸ ਨੂੰ ਕੀ ਕਹਿੰਦਾ? ਪੂਰੀ ਉਮੀਦ ਅਤੇ ਵਿਸ਼ਵਾਸ ਨਾਲ ਜਾਂ ਉਮੀਦ ਦਾ ਕਾਰਨ ਬਣਨਾ ਦੱਸਦਾ ਹੈ। ਮਤਲਬ ਕਿ ਕੁੱਲ ਮਿਲਾ ਕੇ ਸਕਾਰਾਤਮਕ ਸੋਚ ਮਨ ਦੇ ਵਿਚਾਰਾਂ, ਸ਼ਬਦਾਂ, ਚਿੱਤਰਾਂ ਅਤੇ ਭਾਵਨਾਵਾਂ ਨੂੰ ਸਵੀਕਾਰ ਕਰਨ ਦਾ ਇੱਕ ਰਵੱਈਆ ਹੈ ਜੋ ਕਿ ਵਿਕਾਸ, ਸਫਲਤਾ ਅਤੇ ਸੰਤੁਸ਼ਟੀਜਨਕ ਨਤੀਜੇ ਵਿੱਚ ਯੋਗਦਾਨ ਪਾਉਂਦੀ ਹੈ। ਅਤੇ ਇਹ ਇੱਕ ਮਾਨਸਿਕ ਰਵੱਈਆ ਹੈ ਜੋ ਕਿ ਚੰਗੇ ਅਤੇ ਅਨੁਕੂਲ ਨਤੀਜਿਆਂ ਦੀ ਉਮੀਦ ਕਰਦਾ ਹੈ। ਦਿਮਾਗ ਦੇ ਇਸ ਢਾਂਚੇ ਨਾਲ ਤੁਸੀਂ ਆਪਣੇ ਬਾਰੇ ਅਤੇ ਹੋਰ ਲੋਕਾਂ ਬਾਰੇ ਚੰਗੇ ਵਿਚਾਰ ਸੋਚ ਸਕਦੇ ਹੋ ਅਤੇ ਵਧੀਆ ਭਵਿੱਖ ਦੀ ਕਲਪਨਾ ਕਰ ਸਕਦੇ ਹੋ। ਸਕਾਰਾਤਮਕ ਸੋਚ ਹੱਲਾਂ ਦੀ ਭਾਲ ਕਰਦੀ ਹੈ। ਇਹਨਾਂ ਅਸੀਂ ਜ਼ਿੰਦਗੀ ਵਿੱਚ ਸਮੱਸਿਆਵਾਂ ਦੇ ਹੱਲ ਲੱਭ ਸਕਦੇ ਹਾਂ, ਲੇਕਿਨ ਨਕਾਰਾਤਮਕ ਸੋਚ ਜਿਹੜੀ ਹੈ ਉਹ ਕੀ ਹੈ? ਸਮੱਸਿਆਵਾਂ ਅਤੇ ਰੁਕਾਵਟਾਂ 'ਤੇ ਹੀ ਟਿਕੀ ਰਹਿੰਦੀ ਹੈ। ਹੁਣ ਇੱਕ ਸਕਾਰਾਤਮਕ ਸੋਚ ਦੀ ਹੋਰ ਐਗਜ਼ਾਮਪਲ ਹੈ ਜੋ ਕਿ ਤੁਹਾਡੀ ਬੁੱਕ ਵਿੱਚ ਵੀ ਹੈ। ਇੱਕ ਵਰਡ ਹੈ ਸਮਾਈਲ, ਜਿਸ ਦਾ ਮਤਲਬ ਹੈ ਮੁਸਕਰਾਉਣਾ। ਲੇਕਿਨ ਕਿਸ ਤਰ੍ਹਾਂ ਮੁਸਕਰਾ ਸਕਦੇ ਹੋ? ਐਸ ਫॉर ਸਟਾਰਟ ਯੂਰ ਡੇ ਇਨ ਅ ਪੋਜ਼ੀਟਿਵ ਵੇ। ਮਤਲਬ ਕੀ ਆ? ਤੁਹਾਨੂੰ ਆਪਣਾ ਦਿਨ ਇੱਕ ਪੋਜ਼ੀਟਿਵ ਤਰੀਕੇ ਨਾਲ, ਸਕਾਰਾਤਮਕ ਤਰੀਕੇ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਉਹਦੇ ਵਾਸਤੇ ਤੁਹਾਨੂੰ ਅਸੀਂ ਕੀ ਕਰ ਸਕਦੇ ਹਾਂ? ਅਸੀਂ ਕਸਰਤ ਕਰ ਸਕਦੇ ਹਾਂ,
ਅਸੀਂ ਜਿਹੜੀ ਸਾਨੂੰ ਪ੍ਰੇਰਨਾ ਕਰਨ ਵਾਲੀਆਂ ਕੁਝ ਬੁੱਕਾਂ ਆ ਉਹਨਾਂ ਨੂੰ ਪੜ੍ਹ ਸਕਦੇ ਹਾਂ, ਜਾਂ ਫਿਰ ਉਹਨਾਂ ਲੋਕਾਂ ਨਾਲ ਗੱਲਬਾਤ ਕਰੋ ਜਿਨ੍ਹਾਂ ਦੀ ਸੋਚ ਪੋਜ਼ੀਟਿਵ ਵਿੱਚ ਪੋਜ਼ੀਟਿਵ ਥਿੰਕਿੰਗ ਰੱਖਦੇ ਨੇ। ਦੂਜਾ ਆ ਗਿਆ ਮੈਨੇਜ ਟਾਈਮ ਟੂ ਰਿਲੈਕਸ। ਆਪਣੇ ਵਾਸਤੇ, ਆਪਣੇ ਮਨ ਵਾਸਤੇ ਥੋੜ੍ਹਾ ਬਹੁਤਾ ਟਾਈਮ ਮੈਨੇਜ ਕਰੋ, ਕੱਢੋ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਵਾਸਤੇ, ਬੋਡੀ ਨੂੰ ਰਿਲੈਕਸ ਕਰਨ ਵਾਸਤੇ। ਉਹ ਕਿੱਦਾਂ ਕਰ ਸਕਦੇ ਹਾਂ? ਅਸੀਂ ਮੈਡੀਟੇਸ਼ਨ ਕਰ ਸਕਦੇ ਹਾਂ, ਅਸੀਂ ਆਰਾਮਦਾਇਕ ਸਥਿਤੀ ਵਿੱਚ ਬੈਠ ਸਕਦੇ ਹਾਂ, ਯੋਗਾ ਵੀ ਕਰ ਸਕਦੇ ਹਾਂ, ਜਿਸ ਨਾਲ ਕਿ ਤੁਹਾਡਾ ਮਨ ਅਤੇ ਸਰੀਰ ਰਿਲੈਕਸ ਹੋਵੇ। ਉਸ ਤੋਂ ਬਾਅਦ ਇਮੈਜਿਨ ਦੀ ਬੈਸਟ ਇਨ ਐਨੀ ਸਿਚੁਏਸ਼ਨ। ਮਤਲਬ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਨਾ ਸੋਚੋ ਜੋ ਗਲਤ ਜਾਂ ਨੈਗੇਟਿਵ ਹੋ ਰਹੀਆਂ, ਬਲਕਿ ਇਹ ਸੋਚੋ ਕਿ ਤੁਸੀਂ ਉਹਨਾਂ ਨੂੰ ਠੀਕ ਜਾਂ ਪੋਜ਼ੀਟਿਵ ਕਿੱਦਾਂ ਕਰ ਸਕਦੇ ਹੋ। ਨੈਗੇਟਿਵ ਥਿੰਕਾਂ ਨਹੀਂ ਸੋਚਣੀ, ਅਸੀਂ ਪੋਜ਼ੀਟਿਵ ਥਿੰਕਿੰਗ ਹੀ ਰੱਖਣੀ ਆ, ਚੀਜ਼ਾਂ ਨੂੰ ਵਧੀਆ ਕਰਨ ਬਾਰੇ ਸੋਚਣਾ ਹੈ। ਅੱਗੇ ਆ ਗਿਆ ਲਰਨ ਟੂ ਟੇਕ ਫੀਡਬੈਕ ਇਨ ਆ ਪੋਜ਼ੀਟਿਵ ਵੇ। ਮਤਲਬ ਜੇ ਤੁਹਾਡੇ ਕੋਲ ਕੋਈ ਬੰਦਾ ਆਉਂਦਾ ਤੁਹਾਡੀ ਕਮੀ ਕੱਢਦਾ ਹੈ ਅਤੇ ਉਸਨੂੰ ਤੁਸੀਂ ਨੈਗੇਟਿਵਲੀ ਨਹੀਂ ਲੈਣਾ, ਪੋਜ਼ੀਟਿਵਲੀ ਲੈਣਾ, ਅਤੇ ਉਸ ਦੇ ਕਹਿਣ ਉੱਤੇ ਉਸ ਕਮੀ ਨੂੰ ਆਪਣੀ ਨੂੰ ਦੂਰ ਕਰਨਾ ਹੈ, ਤਾਂ ਕਿ ਤੁਸੀਂ ਪਰਫੈਕਟ ਜਾਂ ਇੱਕ ਵਧੀਆ ਤਰੀਕੇ ਨਾਲ ਅਗਾਂਹ ਜ਼ਿੰਦਗੀ ਵੱਲ ਵੱਧ ਸਕੋ। ਅੱਗੇ ਆ ਗਿਆ ਐਕਸਪ੍ਰੈਸ ਗ੍ਰੈਟੀਟਿਊਡ। ਮਤਲਬ ਧੰਨਵਾਦ ਕਰਨਾ। ਉਹਨਾਂ ਲੋਕਾਂ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਤੁਹਾਨੂੰ ਕੰਮ ਕਰਨ 'ਤੇ ਸ਼ਾਬਾਸ਼ੀ ਦਿੱਤੀ ਹੈ, ਵਧੀਆ ਕੰਮ ਕਰਨ 'ਤੇ, ਜਾਂ ਫਿਰ ਕੰਮ ਕਰਨ ਵਿੱਚ ਤੁਹਾਡੀ ਮਦਦ ਕੀਤੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਆਪਣੀ ਸੋਚ ਨੂੰ ਅੱਗੇ ਵਧਾ ਸਕਦੇ ਹਾਂ, ਪੋਜ਼ੀਟਿਵਲੀ ਲੈ ਸਕਦੇ ਹਾਂ। ਹੁਣ ਇਸ ਤੋਂ ਅੱਗੇ ਚੱਲੀਏ, ਸਕਾਰਾਤਮਕ ਸੋਚ ਦਾ ਮਹੱਤਵ। ਇਸ ਦਾ ਮਹੱਤਵ ਕੀ ਆ? ਕਾਰੋਬਾਰ ਵਿੱਚ ਸਕਾਰਾਤਮਕ ਸੋਚ। ਹੁਣ ਗੱਲ ਕਾਰੋਬਾਰ ਦੀ ਹੋ ਰਹੀ ਆ, ਇਸ ਦਾ ਅਰਥ ਹੈ ਕਿ ਸਫਲਤਾ ਦੀ ਉਮੀਦ ਕਰਨਾ, ਸਫਲਤਾ ਦੀ ਕਲਪਨਾ ਕਰਨਾ, ਆਪਣੇ ਆਪ 'ਤੇ ਵਿਸ਼ਵਾਸ ਰੱਖਣਾ ਅਤੇ ਆਪਣੀਆਂ ਕਾਬਲੀਅਤਾਂ ਵਿੱਚ ਵਿਸ਼ਵਾਸ ਕਰਨਾ। ਸਾਨੂੰ ਆਪਣੀਆਂ ਕਾਬਲੀਅਤਾਂ 'ਤੇ ਵਿਸ਼ਵਾਸ ਰੱਖਣਾ ਚਾਹੀਦਾ, ਆਪਣੇ ਆਪ 'ਤੇ ਵਿਸ਼ਵਾਸ ਰੱਖਣਾ। ਜਿੱਦਾਂ ਤੁਹਾਨੂੰ ਮੈਂ ਵਾਲਟ ਡਿਜ਼ਨੀ ਦੀ ਐਗਜ਼ਾਮਪਲ ਦਿੱਤੀ ਹੈ ਕਿ ਉਸਨੂੰ ਆਪਣੇ ਕੰਮ 'ਤੇ, ਆਪਣੇ ਆਪ 'ਤੇ ਵਿਸ਼ਵਾਸ ਸੀ, ਤਦ ਹੀ ਉਹ ਬੰਦਾ ਕਾਮਯਾਬ ਹੋਇਆ। ਅਸਫਲਤਾ ਨੂੰ ਇੱਕ ਵਿਕਲਪ ਨਹੀਂ ਮੰਨਣਾ ਚਾਹੀਦਾ, ਸਫਲਤਾ ਨੂੰ ਵਿਕਲਪ ਨਹੀਂ ਮੰਨਣਾ ਚਾਹੀਦਾ। ਜਦੋਂ ਕਿ ਤੁਹਾਡੇ ਕੋਲ ਪੋਜ਼ੀਟਿਵ ਰਵੱਈਆ ਤੁਹਾਡੇ ਕੋਲ ਮੌਜੂਦ ਆ, ਤਾਂ ਉਸ ਸਮੇਂ ਤੁਸੀਂ ਇੱਕ ਵੱਡੇ ਸੁਪਨੇ ਦੇਖਣ ਦੀ ਹਿੰਮਤ ਵੀ ਕਰ ਸਕਦੇ ਹੋ ਅਤੇ ਉਹਨਾਂ ਨੂੰ ਪੂਰਾ ਕਰਨ ਦੀ ਵੀ ਕਰ ਸਕਦੇ ਹੋ। ਤਾਂ ਜੇ ਹੁਣ ਅਸੀਂ ਚੱਲੀਏ ਖੇਡਾਂ ਵਿੱਚ ਸਕਾਰਾਤਮਕ ਸੋਚ ਨੂੰ, ਖੇਡਾਂ ਵਾਲੇ ਪਾਸੇ ਨੂੰ, ਇਸ ਵਿੱਚ ਇਹ ਕਿਸੇ ਦੇ ਜਿੱਤਣ ਦੀ ਯੋਗਤਾ, ਮਜ਼ਬੂਤ ਅਤੇ ਸਮਰੱਥਾ ਮਹਿਸੂਸ ਕਰਨਾ, ਜਿੱਤ ਪ੍ਰਾਪਤ ਕਰਨ ਦੀ ਪ੍ਰੇਰਨਾ, ਸਬਰ ਰੱਖਣਾ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਕਰਨ ਦਾ ਰਵੱਈਆ ਹੈ। ਇਸ ਨਾਲ ਤੁਸੀਂ ਆਪਣੇ ਆਪ ਨੂੰ ਸਿਖਲਾਈ ਦੇਣ ਲਈ ਵਧੇਰੇ ਤਿਆਰ, ਵਧੇਰੇ ਤਾਕਤ ਅਤੇ ਤਜਰਬੇਕਾਰ ਬਣਾ ਸਕਦੇ ਹੋ। ਇਹ ਸੀ ਖੇਡਾਂ। ਜੇ ਹੁਣ ਦੇਖੀਏ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਡੀ ਸਕਾਰਾਤਮਕ ਸੋਚ ਦਾ ਕੀ ਮਹੱਤਵ ਹੈ? ਇਹ ਇੱਕ ਖੁਸ਼ਹਾਲ ਸੁਭਾਅ ਵਾਲਾ ਵਿਅਕਤੀ ਬਣਨ ਦਾ ਰਵੱਈਆ ਹੈ ਜੋ ਕਿ ਮੁਸ਼ਕਿਲਾਂ ਅਤੇ ਰੁਕਾਵਟਾਂ ਦੇ ਬਾਵਜੂਦ ਇੱਕ ਚਮਕਦਾ ਨਜ਼ਰੀਆ ਰੱਖਦਾ ਹੈ। ਮਤਲਬ ਜ਼ਿੰਦਗੀ ਵਿੱਚ ਅਗਰ ਇਹ ਉਹ ਬੰਦੇ ਹੁੰਦੇ ਜਿਹੜੇ ਜ਼ਿੰਦਗੀ ਰੁਕਾਵਟਾਂ ਆਉਣ 'ਤੇ, ਮੁਸ਼ਕਿਲਾਂ ਆਉਣ ਤੋਂ ਬਾਵਜੂਦ ਵੀ ਇੱਕ ਬਿਲਕੁਲ ਚਮਕਦਾ ਰਵੱਈਆ ਆਪਣਾ ਰੱਖਦੇ ਨੇ, ਉਹਨੂੰ ਧੁੰਦਲਾ ਨਹੀਂ ਹੋਣ ਦਿੰਦੇ। ਜਿਹੜੇ ਵਿਅਕਤੀ ਇਸ ਰਵੱਈਏ ਦੇ ਮਾਲਕ ਹੁੰਦੇ ਆ ਉਹ ਹਮੇਸ਼ਾ ਖੁਸ਼ ਰਹਿੰਦੇ ਆ। ਉਹ ਕਦੀ ਵੀ ਸਮੱਸਿਆਵਾਂ ਅਤੇ ਨਕਾਰਾਤਮਕ ਲੋਕਾਂ ਨੂੰ ਆਪਣੀਆਂ ਮਨ ਦੀਆਂ ਭਾਵਨਾਵਾਂ ਅਤੇ ਵਿਵਹਾਰ 'ਤੇ ਕਦੀ ਵੀ ਹਾਵੀ ਨਹੀਂ ਹੋਣ ਦਿੰਦੇ, ਇਹਨਾਂ ਨੂੰ ਪ੍ਰਭਾਵਿਤ ਨਹੀਂ ਕਰਨ ਦਿੰਦੇ। ਅਤੇ ਜੇ ਤੁਸੀਂ ਕਾਰੋਬਾਰ, ਖੇਡ, ਰਾਜਨੀਤੀ, ਅਦਾਕਾਰੀ ਜਾਂ ਗਾਇਕੀ ਜਾਂ ਉੱਦਮ, ਜਾਂ ਫਿਰ ਕਹਿ ਲਈਏ ਕਿਸੇ ਹੋਰ ਵੀ ਖੇਤਰ ਵਿੱਚ ਉੱਤਮ ਜਾਂ ਵਧੀਆ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਚਾਹੀਦਾ? ਸਕਾਰਾਤਮਕ ਸੋਚ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ। ਇਹ ਸੱਚ ਹੈ ਕਿ ਇਸ ਦੇ ਨਾਲ ਤੁਹਾਨੂੰ ਲੋੜੀਂਦੇ ਹੁਨਰ ਅਤੇ ਮਹਾਰਤ ਦੀ ਵੀ ਜ਼ਰੂਰਤ ਹੁੰਦੀ ਹੈ, ਪਰ ਉਹ ਵੀ ਜਿਹੜੀ ਮਹਾਰਤ ਔਰ ਹੁਨਰ ਦੀ ਜਿਹੜੀ ਜ਼ਰੂਰਤ ਆ ਉਹ ਵੀ ਤਾਂ ਹੀ ਆ ਸਕਦੀ ਹੈ ਜੇ ਤੁਸੀਂ ਆਪਣੇ ਦਿਮਾਗ ਵਿੱਚ ਪੋਜ਼ੀਟਿਵ ਥਿੰਕਿੰਗ ਰੱਖੋਗੇ, ਉਹਦੇ ਪ੍ਰਤੀ ਸਕਾਰਾਤਮਕ ਸੋਚ ਰੱਖੋਗੇ। ਹੁਣ ਇੱਕ ਹੈਨਰੀ ਫੋਰਡ ਨੇ ਕਿਹਾ ਕਿ ਹੈਨਰੀ ਫੋਰਡ ਜੀ ਕੀ ਕਹਿੰਦੇ ਨੇ? ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਕੁਝ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸੋਚਦੇ ਹੋ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਤਾਂ ਤੁਸੀਂ ਸਹੀ ਹੋ। ਮਤਲਬ ਕਿ ਦੋਨਾਂ ਪੱਖਾਂ ਵਿੱਚ ਤੁਸੀਂ ਸਹੀ ਹੋ। ਜੇ ਕੁਛ ਕਰ ਸਕਦੇ ਹੋ ਤਾਂ ਵੀ ਸਹੀ ਹੈ, ਜੇ ਤੁਸੀਂ ਸੋਚਦੇ ਕਿ ਮੈਂ ਕੁਛ ਵੀ ਨਹੀਂ ਕਰ ਤਾਂ ਵੀ ਸਹੀ ਆ। ਮਤਲਬ ਕੀ ਆ? ਇਸ ਦਾ ਅਰਥ ਇਹ ਹੈ ਕਿ ਸਭ ਕੁਝ ਸਾਡੇ ਮਨ ਅਤੇ ਰਵੱਈਏ ਵਿੱਚ ਹੀ ਹੈ।
ਮਤਲਬ ਕਿ ਰਵੱਈਏ ਨੂੰ ਪ੍ਰਭਾਵਸ਼ਾਲੀ ਬਣਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਯੋਜਨਾਵਾਂ ਬਣਾਉਣ ਅਤੇ ਆਪਸੀ ਆਮ ਸਮਝ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਆਪਸ ਦੀਆਂ ਯੋਜਨਾਵਾਂ ਬਣਾਓ, ਉਹਨਾਂ ਨੂੰ ਸਿਰੇ 'ਚ ਨਾ ਇਹ ਨਹੀਂ ਕਿ ਅਸੀਂ ਕਿਸਮਤ ਦੇ ਭਰੋਸੇ ਬੈਠੇ ਰਹੀਏ ਕਿ ਸਾਡੀ ਕਿਸਮਤ ਹੈ ਸਾਨੂੰ ਆਪਣੇ ਆਪ ਕੁਛ ਨਾ ਕੁਛ ਦੇ ਦੇਗੀ ਜਾਂ ਕਾਮਯਾਬ ਬਣਾ ਦੇਗੀ। ਸਾਨੂੰ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ। ਹੁਣ ਇਸ ਤੋਂ ਅਗਾਂਹ ਆਪਾਂ ਚਲੀਏ, ਅੱਗੇ ਆ ਗਈ ਸਕਾਰਾਤਮਕਤਾ ਦੇ ਗੁਣ ਅਤੇ ਯੋਗਤਾ, ਜਿਸ ਦੇ ਵਿੱਚ ਪਹਿਲਾ ਪੁਆਇੰਟ ਹੈ ਇੱਕ ਮੁਸਕਰਾਹਟ ਅਤੇ ਖੁਸ਼ਹਾਲ ਚਿਹਰਾ। ਹੁਣ ਜੋ ਸਕਾਰਾਤਮਕ ਲੋਕ ਹੁੰਦੇ ਨੇ, ਸਕਾਰਾਤਮਕ ਸੁਭਾਅ ਵਾਲੇ, ਉਹਨਾਂ ਦਾ ਚਿਹਰਾ ਹਮੇਸ਼ਾ ਖਿਲਿਆ ਰਹਿੰਦਾ ਹੈ। ਉਹ ਇੱਕ ਖੁਸ਼ਹਾਲ ਤਰੀਕੇ ਨਾਲ ਆਪਣੇ ਆਪ ਨੂੰ ਲੋਕਾਂ ਸਾਹਮਣੇ ਪੇਸ਼ ਕਰਦੇ ਨੇ। ਉਹਨਾਂ ਵਿੱਚੋਂ ਹਮੇਸ਼ਾ ਪੋਜ਼ੀਟਿਵ ਐਨਰਜੀ ਝਲਕਦੀ ਰਹਿੰਦੀ ਆ ਅਤੇ ਜਿਨ੍ਹਾਂ ਨੂੰ ਦੇਖ ਕੇ ਦੂਸਰਾ ਬੰਦਾ ਵੀ ਉਹਨਾਂ ਤੋਂ ਪ੍ਰੇਰਨਾ ਲੈ ਸਕਦਾ, ਉਹਨਾਂ ਨੂੰ ਪੋਜ਼ੀਟਿਵ ਐਨਰਜੀ ਉਹਨਾਂ ਤੋਂ ਕ੍ਰੀਏਟ ਕਰ ਸਕਦਾ ਹੈ। ਉਹ ਇੱਕ ਅਲੱਗ ਤੋਂ ਆਪਣੇ ਆਪ ਵਜੂਦ ਦੇ ਵਿੱਚ ਰਹਿੰਦੇ ਨੇ। ਦੂਜਾ ਕੀ ਹੈ, ਮਦਦਗਾਰ ਅਤੇ ਦਿਆਲੂ ਹੋਣਾ। ਜੇ ਤੁਹਾਡੀ ਸੋਚ ਪੋਜ਼ੀਟਿਵ ਹੈ, ਤੁਸੀਂ ਕਿਸੇ ਬਾਰੇ ਪੋਜ਼ੀਟਿਵਲੀ ਸੋਚਦੇ ਹੋ ਤਾਂ ਹੀ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ, ਦਿਆਲੂ ਹੋ ਸਕਦੇ ਹੋ। ਇਹ ਲੋਕ ਦਿਆਲੂ ਹੁੰਦੇ ਨੇ, ਮਦਦਗਾਰ ਹੁੰਦੇ ਨੇ, ਹੈਲਪਫੁਲ ਹੁੰਦੇ ਨੇ। ਇਹ ਇਹਨਾਂ ਦਾ ਸੁਭਾਅ ਵਿੱਚ ਸ਼ਾਮਿਲ ਹੋ ਜਾਂਦਾ ਜਿਹੜੇ ਤੁਸੀਂ ਪੋਜ਼ੀਟਿਵ ਥਿੰਕਿੰਗ ਰੱਖਦੇ ਆ। ਅੱਗੇ ਕੀ ਆ, ਹਾਰ ਨਾ ਮੰਨਣਾ। ਹਾਰ ਨਾ ਮੰਨਣਾ ਮਤਲਬ ਕੀ ਹੈ ਕਿ ਤੁਸੀਂ ਕੋਈ ਵੀ ਕੰਮ ਜਿਹੜੇ ਕਰਦੇ ਆ, ਮਿਹਨਤ ਕਰਦੇ ਆ, ਅਗਰ ਤੁਸੀਂ ਕਿਤੇ ਬਾਈ ਚਾਂਸ ਨਾਕਾਮਯਾਬੀ ਹੋ ਜਾਂਦੇ ਆ ਤਾਂ ਉਸ ਟਾਈਮ ਆਪਣੇ ਆਪ ਨੂੰ ਹਾਰ ਮੰਨ ਕੇ ਬੈਠ ਨਹੀਂ ਜਾਣਾ, ਸਟਰਗਲ ਕਰਨੀ ਆ, ਗਾਹਾਂ ਵਧਣਾ। ਹੁਣ ਐਗਜ਼ਾਮਪਲ ਲਓ, ਜਿੱਦਾਂ ਕੀੜੀ ਆ, ਕੀੜੀ ਇੰਨਾ ਛੋਟਾ ਜਾਨਵਰ ਆ, ਅਗਰ ਉਹ ਸੋਚੇ ਮੇਰੀ ਤਾਂ ਵੀ ਕੋਈ ਹੁੰਦੀ ਨਹੀਂ, ਮੈਂ ਤਾਂ ਇੰਨਾ ਛੋਟਾ ਆ, ਮੈਂ ਤਾਂ ਕੁਛ ਕਰ ਹੀ ਨਹੀਂ ਸਕਦੀ, ਅਤੇ ਉਹ ਤਾਂ ਵੈਸੇ ਹੀ ਮਰ ਜਾਏਗੀ। ਲੇਕਿਨ ਉਹਦੀ ਹਿੰਮਤ, ਉਹਦੀ ਜਿਹੜੀ ਕੰਮ ਕਰਨ ਦੀ ਭਾਵਨਾ, ਉਹ ਦੇਖੋ ਕਿ ਉਹ ਆਪਣੇ ਤੋਂ 20 ਗੁਣਾ ਜ਼ਿਆਦਾ ਵਜ਼ਨ ਲੈ ਕੇ ਚੱਲਦੀ ਹੈ। ਕਿੰਨੀ ਵਾਰੀ ਡਿੱਗਦੀ ਆ, ਉੱਠਦੀ ਆ, ਤੁਰਦੀ ਆ, ਸਮਾਨ ਡੇਪਣ ਦਾ ਫਿਰ ਲੈ ਕੇ ਤੁਰ ਪੈਂਦੀ ਆ। ਉਹਨਾਂ ਚਿਰ ਆਪਣੀ ਮਿਹਨਤ ਕਰਦੀ ਰਹਿੰਦੀ ਆ, ਸਟਰਗਲ ਕਰਦੀ ਰਹਿੰਦੀ ਆ, ਜਿੰਨਾ ਚਿਰ ਉਹ ਆਪਣੇ ਉਸ ਸਮਾਨ ਨੂੰ ਟਿਕਾਣੇ 'ਤੇ ਨਹੀਂ ਪਹੁੰਚਾਉਂਦੀ। ਮਤਲਬ ਕਿ ਹਾਰ ਨਹੀਂ ਮੰਨਦੀ ਆਪਣੀ ਉਹ। ਅਤੇ ਇੱਥੇ ਇਹੀ ਮਤਲਬ ਕਿ ਜ਼ਿੰਦਗੀ ਕਦੀ ਸਾਨੂੰ ਆਪਣੀ ਹਾਰ ਨਹੀਂ ਮੰਨਣੀ ਚਾਹੀਦੀ, ਸਟਰਗਲ ਕਰਦੇ ਰਹਿਣਾ ਚਾਹੀਦਾ ਹੈ। ਅੱਗੇ ਹੈ ਘੱਟ ਵਿੱਚ ਹੀ ਖੁਸ਼ ਰਹਿਣਾ। ਮਤਲਬ ਕੀ ਆ, ਜੋ ਸਾਡੇ ਕੋਲ ਲਿਮਟਿਡ ਸੋਰਸ ਆ, ਜੋ ਸਾਡੇ ਇਸ ਟਾਈਮ ਦੇ ਉੱਤੇ ਜਿੰਨੇ ਵੀ ਸਾਡੇ ਕੋਲ ਸੋਰਸਸ ਹੈ, ਉਹਦੇ ਵਿੱਚ ਹੀ ਸਾਨੂੰ ਖੁਸ਼ ਰਹਿਣਾ ਚਾਹੀਦਾ। ਇਹ ਨਹੀਂ ਆ ਕਿ ਆਸ਼ਾਵਾਂ ਤਾਂ ਬੰਦੇ ਦੀ ਹਰੇਕ ਦੀ ਹੁੰਦੀਆਂ ਕਿ ਨਹੀਂ ਮੈਂ ਆਹ ਨਹੀਂ ਆ ਕਰਾਂ। ਹੁਣ ਮੰਨ ਲਓ ਐਗਜ਼ਾਮਪਲ ਦੇ ਤੌਰ 'ਤੇ ਕਿ ਮੰਨ ਲਓ ਮੇਰੇ ਕੋਲ ਕਾਰ ਨਹੀਂ ਹੈ, ਅਗਰ ਮੈਂ ਹੁਣ ਇਹ ਸੋਚ ਕੇ ਕੁਛ ਵੀ ਨਾ ਕਰਾਂ ਜਾਂ ਇਹ ਕਹਿ ਦੇਵਾਂ ਕਿ ਮੇਰੇ ਤੋਂ ਤਾਂ ਯਾਰ ਕਾਰ ਨਹੀਂ ਆ, ਮੈਂ ਤਾਂ ਉਹਨੂੰ ਮੋਟਰਸਾਈਕਲ ਹੈ ਲੇਕਿਨ ਕਾਰ ਨਹੀਂ ਹੈ, ਇਸ ਚੱਕਰ ਦੇ ਵਿੱਚ ਮੈਂ ਕਾਰ ਨਹੀਂ ਦੇ ਚੱਕਰ 'ਚ ਮੋਟਰਸਾਈਕਲ 'ਤੇ ਨਹੀਂ ਚੜਾਂਗਾ, ਮੋਟਰਸਾਈਕਲ 'ਤੇ ਆਪਣਾ ਕੰਮ ਨਹੀਂ ਕਰਾਂਗਾ ਜਾਂ ਉਸ ਨੂੰ ਇਸਤੇਮਾਲ ਨਹੀਂ ਕਰਾਂਗਾ। ਜਦੋਂ ਕਾਰ ਆਏਗੀ ਉਹ ਬਾਅਦ ਦੀਆਂ ਗੱਲਾਂ, ਲੇਕਿਨ ਫਿਲਹਾਲ ਮੋਟਰਸਾਈਕਲ ਆ, ਉਹਦੇ ਨਾਲ ਹੀ ਆਪਣਾ ਕੰਮ ਚਲਾਉਣਾ ਚਾਹੀਦਾ। ਕਹਿਣ ਦਾ ਮਤਲਬ ਕਿ ਜਿੰਨੇ ਵੀ ਸਾਡੇ ਕੋਲ ਸੋਰਸ ਆ, ਘੱਟ ਸੋਰਸ ਆ, ਜਿੰਨੇ ਵੀ ਹੈ ਉਹਦੇ ਵਿੱਚ ਹੀ ਸਾਨੂੰ ਖੁਸ਼ ਰਹਿਣਾ ਚਾਹੀਦਾ। ਆਪਣੀਆਂ ਆਉਣ ਵਾਲੀਆਂ ਜਿਹੜੀਆਂ ਤਮੰਨਾਵਾਂ ਨੂੰ ਲੈ ਕੇ ਦੁਖੀ ਨਹੀਂ ਹੋਣਾ ਚਾਹੀਦਾ ਕਿ ਯਾਰ ਮੇਰੇ ਤੋਂ ਤਾਂ ਆਹ ਹੈ ਨਹੀਂ, ਜੋ ਹੈ ਉਹਦੇ ਵਿੱਚ ਖੁਸ਼ ਰਹੋ। ਉਮੀਦ ਬਣਾਈ ਰੱਖਣਾ। ਰੁਕਾਵਟਾਂ ਅਤੇ ਮੁਸ਼ਕਲਾਂ ਦੇ ਬਾਵਜੂਦ ਆਪਣੇ ਸਕਾਰਾਤਮਕ ਰਵੱਈਏ ਦੇ ਉੱਤੇ ਸਾਨੂੰ ਉਮੀਦ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਕਈ ਵਾਰ ਕੀ ਆ, ਜ਼ਿੰਦਗੀ ਵਿੱਚ ਰੁਕਾਵਟਾਂ ਆ ਜਾਂਦੀਆਂ, ਕੋਈ ਕਿਤੇ ਬਿਜ਼ਨਸ ਵਿੱਚ ਘਾਟਾ ਪੈ ਗਿਆ, ਕੋਈ ਸਾਨੂੰ ਨੁਕਸਾਨ ਹੋ ਗਿਆ, ਕੋਈ ਗੱਲ ਨਹੀਂ, ਇਹ ਹੁੰਦਾ ਰਹਿੰਦਾ। ਜ਼ਿੰਦਗੀ ਦੇ ਉਤਰਾਅ ਚੜ੍ਹਾਅ ਆ। ਸਾਨੂੰ ਕੀ ਆ, ਆਪਣੀ ਸੋਚ ਨੂੰ ਪੋਜ਼ੀਟਿਵ ਰੱਖਦੇ ਹੋਏ ਇਹਨਾਂ ਮੁਸ਼ਕਲਾਂ ਅਤੇ ਰੁਕਾਵਟਾਂ ਦੇ ਬਾਵਜੂਦ ਵੀ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਆਪਣੀ ਉਮੀਦ ਨਹੀਂ ਛੱਡਣੀ ਚਾਹੀਦੀ। ਅਗਰ ਇਹ ਗੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹਾਂ ਤਾਂ ਸਾਡੀ ਜਿਹੜੀ ਸੋਚ ਆ ਉਹ ਆਪਣੇ ਆਪ ਹੀ ਸਕਾਰਾਤਮਕ ਦੇ ਰਸਤੇ 'ਤੇ ਚੱਲ ਪੈਣੀ ਹੈ ਅਤੇ ਅਸੀਂ ਤਰੱਕੀ ਵੱਲ ਚੱਲ ਪਾਵਾਂਗੇ। ਮਤਲਬ ਕੀ ਆ, ਆਪਣੀ ਜ਼ਿੰਦਗੀ ਵਿੱਚ ਨੋ ਨੈਗੇਟਿਵ ਥੋਟਸ ਅਲਾਉਡ। ਕੋਈ ਵੀ ਨੈਗੇਟਿਵ ਥੋਟ ਅਲਾਉਡ ਨਹੀਂ ਕਰਨਾ। ਇਸ ਤੋਂ ਅੱਗੇ ਕੀ ਆ, ਸਕਾਰਾਤਮਕ ਸੋਚ ਦੇ ਲਾਭ। ਹੁਣ ਇਹਦੇ ਲਾਭ ਦੇਖੀਏ। ਇਹ ਕਹਿੰਦਾ ਰੋਜ਼ਾਨਾ ਤਣਾਅ ਨੂੰ ਘਟਾਉਂਦਾ ਹੈ। ਹੁਣ ਜੇ ਤੁਹਾਡੀ ਸੋਚ ਸਕਾਰਾਤਮਕ ਹੋਊਗੀ, ਤੁਸੀਂ ਕਿਸੇ ਬਾਰੇ ਨੈਗੇਟਿਵ ਸੋਚੋਗੇ ਨਹੀਂ। ਜੇ ਤੁਹਾਨੂੰ ਮੰਨ ਲਓ ਕੋਈ ਨੁਕਸਾਨ ਵੀ ਹੋ ਗਿਆ, ਤੁਸੀਂ ਫਿਰ ਵੀ ਉਹਨੂੰ ਛੱਡੋ ਯਾਰ, ਕੋਈ ਗੱਲ ਨਹੀਂ, ਹੋ ਗਿਆ ਤਾਂ ਕੋਈ ਗੱਲ ਨਹੀਂ, ਅਗਲੀ ਵਾਰ ਤੋਂ ਇਹ 'ਤੇ ਧਿਆਨ ਦੇਵਾਂਗੇ, ਤਾਂ ਆਟੋਮੈਟਿਕਲੀ ਤੁਹਾਨੂੰ ਸਟਰੈਸ ਘੱਟ ਹੋਏਗਾ, ਤਣਾਅ ਘੱਟ ਹੋਏਗਾ। ਤੁਹਾਡਾ ਤਣਾਅ ਘੱਟ ਹੋਏਗਾ, ਤੁਹਾਡਾ ਮਾਇੰਡ ਫਰੈਸ਼ ਰਹੇਗਾ। ਅਤੇ ਇਹ ਮਤਲਬ ਕੀ ਆ, ਅਗਰ ਤੁਹਾਡੀ ਸੋਚ ਸਕਾਰਾਤਮਕ ਆ, ਤੁਹਾਨੂੰ ਤਣਾਅ ਤੋਂ ਬਚਾਉਂਦੀ ਹੈ, ਤਣਾਅ ਨੂੰ ਘੱਟ ਕਰਦੀ ਹੈ।
ਅੱਗੇ ਆ ਗਿਆ ਵਧੀਆ ਸਿਹਤ। ਹਾਂ, ਜੇ ਤੁਹਾਡਾ ਤਣਾਅ ਨਹੀਂ ਹੈ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ, ਤਾਂ ਤੁਹਾਡੀ ਆਟੋਮੈਟਿਕਲੀ ਸਿਹਤ ਵਧੀਆ ਰਹੇਗੀ। ਇਹ ਤੁਹਾਨੂੰ ਵਧੀਆ ਸਿਹਤ, ਚੰਗੀ ਸਿਹਤ ਪ੍ਰਦਾਨ ਕਰਦੀ ਹੈ। ਫਿਰ ਹੈਗਾ ਮਜ਼ਬੂਤ ਵਿਸ਼ਵਾਸ। ਜਿਸਲੇ ਤੁਹਾਡੇ 'ਤੇ ਕੋਈ ਤਣਾਅ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਸਿਹਤ ਤੁਹਾਡੀ ਵਧੀਆ ਆ, ਤਾਂ ਆਟੋਮੈਟਿਕਲੀ ਤੁਸੀਂ ਕੋਈ ਵੀ ਕੰਮ ਕਰਨ ਵਿੱਚ ਆਪਣੇ ਆਪ ਨੂੰ ਫਖਰ ਮਹਿਸੂਸ ਕਰੋਗੇ, ਥੋੜ੍ਹਾ ਜਿਹਾ ਪੋਜ਼ੀਟਿਵਲੀ ਹੋ ਕੇ ਚੱਲੋਗੇ, ਥੋੜ੍ਹਾ ਮਜ਼ਬੂਤੀ ਨਾਲ ਚੱਲੋਗੇ ਅਤੇ ਆਪਣੇ ਆਪ 'ਤੇ ਵਿਸ਼ਵਾਸ ਰੱਖੋਗੇ, ਨਹੀਂ ਯਾਰ ਮੈਂ ਕੰਮ ਨੂੰ ਕਰ ਸਕਦਾ। ਹੁਣ ਤੁਸੀਂ ਪਹਿਲੇ ਹੀ ਤਣਾਅਗ੍ਰਸਤ ਹੋ, ਸਿਹਤ ਠੀਕ ਨਹੀਂ ਆ, ਤੁਸੀਂ ਕੰਮ ਕਰਨ ਤੋਂ ਪਹਿਲਾਂ ਸੋਚੋਗੇ ਨਹੀਂ ਯਾਰ ਇਹ ਤਾਂ ਮੈਂ ਕਰ ਹੀ ਨਹੀਂ ਸਕਦਾ। ਅਤੇ ਕਹਿਣ ਦਾ ਮਤਲਬ ਇਹ ਨਾ ਸਾਡੇ ਵਿਸ਼ਵਾਸ ਵਿੱਚ ਵੀ ਮਜ਼ਬੂਤੀ ਆਉਂਦੀ ਆ। ਅੱਗੇ ਕੀ ਆ, ਮਹੱਤਵਪੂਰਨ ਫੈਸਲਿਆਂ ਦਾ ਵਧੀਆ ਪ੍ਰਬੰਧ। ਸਾਨੂੰ ਜ਼ਿੰਦਗੀ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਕੁਝ ਅਜਿਹੇ ਫੈਸਲੇ, ਮਹੱਤਵਪੂਰਨ ਫੈਸਲੇ ਲੈਣੇ ਪੈ ਜਾਂਦੇ ਨੇ ਕਿ ਜਿੱਥੇ ਸਾਡੀ ਸੋਚ ਇਸ ਚੀਜ਼ ਨੂੰ ਬਹੁਤ ਇਫੈਕਟ ਕਰਦੀ ਹੈ। ਹੁਣ ਇੱਕ ਨਕਾਰਾਤਮਕ ਸੋਚ ਵਾਲਾ ਬੰਦਾ ਇੱਕ ਵਧੀਆ ਅਤੇ ਮਹੱਤਵਪੂਰਨ ਫੈਸਲਿਆਂ ਦੇ ਟਾਈਮ 'ਤੇ ਕੁਛ ਨਾ ਕੁਛ ਆਪਣੀ ਨੈਗੇਟਿਵ ਐਨਰਜੀ ਨੂੰ ਵੀ ਛੱਡੇਗਾ, ਕੁਛ ਨਾ ਕੁਛ ਪਹਿਲੂਆਂ ਨੂੰ ਉਹ ਨੈਗੇਟਿਵ ਤੌਰ 'ਤੇ ਹੀ ਰੱਖੇਗਾ। ਲੇਕਿਨ ਅਗਰ ਵਧੀਆ ਔਰ ਸਕਾਰਾਤਮਕ ਸੋਚ ਦਾ ਬੰਦਾ ਹੈ ਤਾਂ ਉਹ ਜਿਹੜੇ ਆਪਣੇ ਫੈਸਲੇ ਆ ਬਿਲਕੁਲ ਕੌਨਫੀਡੈਂਸ ਦੇ ਨਾਲ, ਵਧੀਆ ਤਰੀਕੇ ਨਾਲ ਲਏਗਾ, ਜਿਸ ਨਾਲ ਕਿ ਉਹਦੀ ਆਉਣ ਵਾਲੀ ਜ਼ਿੰਦਗੀ ਵਿੱਚ ਉਹਦੀ ਖੁਸ਼ਹਾਲੀ ਆਵੇ, ਉਹ ਪ੍ਰਭਾਵ ਛੱਡੇ ਆਪਣਾ। ਅਤੇ ਮਤਲਬ ਕੀ ਹੈ, ਇਹ ਮਹੱਤਵਪੂਰਨ ਫੈਸਲੇ ਲੈਣ ਦੇ ਪ੍ਰਬੰਧ ਵਿੱਚ ਵੀ ਇੱਕ ਆਪਣਾ ਵਧੀਆ ਯੋਗਦਾਨ ਦਿੰਦੀ ਹੈ। ਉਸ ਤੋਂ ਅੱਗੇ ਚੱਲੀਏ, ਸਕਾਰਾਤਮਕ ਸੋਚ ਨੂੰ ਲਾਗੂ ਕਰਨਾ। ਹੁਣ ਅਸੀਂ ਪਿੱਛੇ ਪੜ੍ਹ ਲਿਆ, ਯੋਗਤਾਵਾਂ ਗੁਣ ਪੜ੍ਹ ਲਏ ਆ, ਇਹਦੇ ਫਾਇਦੇ ਪੜ੍ਹ ਲਏ ਆ, ਅਤੇ ਹੁੰਦੀ ਕੀ ਆ ਪਰਿਭਾਸ਼ਾ ਪੜ੍ਹ ਲਈ। ਹੁਣ ਸਕਾਰਾਤਮਕ ਸੋਚ ਨੂੰ ਅਸੀਂ ਜ਼ਿੰਦਗੀ ਵਿੱਚ ਲਾਗੂ ਕਿਸ ਤਰ੍ਹਾਂ ਕਰਨਾ ਆ, ਉਹਦੇ ਬਾਰੇ ਪੜ੍ਹਦੇ ਹਾਂ। ਸਕਾਰਾਤਮਕ ਸ਼ਬਦਾਂ ਦੀ ਵਰਤੋਂ। ਸਭ ਤੋਂ ਪਹਿਲਾਂ ਕੀ ਹੈ, ਸਾਨੂੰ ਜਿੰਨੇ ਵੀ ਸਾਨੂੰ ਗੱਲ ਕਰਦੇ ਸਮੇਂ ਸਾਨੂੰ ਕੀ ਚਾਹੀਦਾ, ਜਿੰਨੇ ਵੀ ਸਾਡੇ ਨਕਾਰਾਤਮਕ ਉਹ ਆ ਇਹ ਸ਼ਬਦ ਆ, ਉਹਨਾਂ ਨੂੰ ਸਾਨੂੰ ਸਾਈਡ 'ਤੇ ਰੱਖਣਾ ਚਾਹੀਦਾ। ਮਤਲਬ ਕੀ ਆ, ਜੇ ਤੁਸੀਂ ਕਹਿੰਦੇ ਹੋ ਕਿ ਮੈਂ ਨਹੀਂ ਕਰ ਸਕਦਾ, ਤਾਂ ਫਿਰ ਤੁਸੀਂ ਆਪਣੇ ਆਪ ਨੂੰ ਯਕੀਨ ਦਿਲਾ ਹੀ ਦਿਓਗੇ ਕਿ ਹਾਂ ਯਾਰ ਗੱਲ ਸੱਚ ਆ ਅਤੇ ਮੈਂ ਇਹ ਕੰਮ ਕਰ ਹੀ ਨਹੀਂ ਸਕਦਾ। ਲੇਕਿਨ ਜੇ ਤੁਸੀਂ ਉਸ ਟਾਈਮ 'ਤੇ ਨਕਾਰਾਤਮਕ ਸ਼ਬਦਾਂ ਨੂੰ ਸਾਈਡ 'ਤੇ ਕਰਕੇ ਸਕਾਰਾਤਮਕ ਸ਼ਬਦਾਂ ਵਿੱਚ ਬਦਲ ਦਿਓ ਅਤੇ ਆਪਣੇ ਆਪ ਨੂੰ ਦੱਸੋ ਕਿ ਨਹੀਂ ਯਾਰ ਮੈਂ ਤਾਂ ਇਹ ਕੰਮ ਕਰ ਸਕਦਾ ਹਾਂ, ਮੈਂ ਆਪਣੇ ਇੱਕ ਸ਼ਾਨਦਾਰ ਕੈਰੀਅਰ ਅਤੇ ਖੁਸ਼ਹਾਲ ਜ਼ਿੰਦਗੀ ਦੇ ਵਿੱਚ ਸੰਬੰਧ ਬਣਾਉਣ ਵਿੱਚ ਹਰ ਸੰਭਵ ਕੋਸ਼ਿਸ਼ ਕਰਦਾ ਹਾਂ ਜਾਂ ਕਰਦਾ ਰਹਾਂਗਾ, ਤਾਂ ਤੁਸੀਂ ਆਟੋਮੈਟਿਕਲੀ ਉਸ ਦੇ ਅੱਗੇ ਵੱਲ ਵੱਧ ਜਾਓਗੇ। ਉਸ ਤੋਂ ਬਾਅਦ ਦੂਜਾ ਨੰਬਰ ਆ ਗਿਆ, ਨਕਾਰਾਤਮਕ ਭਾਵਨਾਵਾਂ ਨੂੰ ਹਟਾਉਣਾ। ਉਹ ਸਾਰੀਆਂ ਭਾਵਨਾਵਾਂ ਜੋ ਨਕਾਰਾਤਮਕ ਹਨ ਉਹਨਾਂ ਨੂੰ ਹਟਾ ਦਿਓ, ਜੋ ਸਕਾਰਾਤਮਕ ਨਹੀਂ ਹਨ। ਅਤੇ ਜਦੋਂ ਤੁਹਾਡਾ ਕੋਈ ਮੰਨ ਲਓ ਐਗਜ਼ਾਮਪਲ, ਤੁਹਾਨੂੰ ਕੋਈ ਪ੍ਰੋਬਲਮ ਪੈ ਜਾਵੇ, ਤੁਹਾਡਾ ਕਿਤੇ ਜ਼ਿਆਦਾ ਹੀ ਨੁਕਸਾਨ ਹੋ ਜਾਵੇ, ਤੁਸੀਂ ਆਪਣੇ ਆਪ ਸਮਝਦੇ ਨਹੀਂ ਯਾਰ ਮੇਰਾ ਤਾਂ ਬੁਰਾ ਹਾਲ ਹੋ ਗਿਆ, ਠੀਕ ਹੈ, ਬਹੁਤ ਬੁਰੀ ਹਾਲਤ ਆ, ਉਸ ਸਮੇਂ ਵੀ ਤੁਸੀਂ ਕੀ ਕਰਨਾ, ਨਕਾਰਾਤਮਕ ਵਿਚਾਰਾਂ ਦੀ ਭਾਵਨਾ ਨੂੰ ਆਪਣੇ ਆਪ 'ਤੇ ਜਿੱਤ ਨਹੀਂ ਪਾਉਣ ਦੇਣੀ। ਕਿ ਤੁਹਾਨੂੰ ਜਿੱਤ ਨਹੀਂ ਪਾਉਣ ਦੇਣੀ ਉਹਨੂੰ ਆਪਣੇ ਆਪ 'ਤੇ। ਮੰਨਦਾ ਮੈਂ ਉਸ ਟਾਈਮ ਬੰਦੇ ਨੂੰ ਲੱਗਦਾ ਨਹੀਂ ਯਾਰ ਮੇਰੇ ਤਾਂ ਬਹੁਤ ਨੁਕਸਾਨ ਹੋ ਗਿਆ, ਨੈਗੇਟਿਵ ਥਿੰਕਿੰਗਸ ਆਉਂਦੀ ਆ, ਪਰ ਚਲੋ ਜੇ ਪੂਰਾ ਦਿਨ ਨਹੀਂ ਤਾਂ ਦਿਨ ਦਾ ਕੁਛ ਟਾਈਮ ਆਪਣੀ ਨਕਾਰਾਤਮਕ ਭਾਵਨਾਵਾਂ ਨੂੰ ਹਟਾ ਕੇ ਸਕਾਰਾਤਮਕ ਚੀਜ਼ਾਂ ਵੱਲ ਧਿਆਨ ਦਿਓ, ਤਾਂ ਹੌਲੀ ਹੌਲੀ ਤੁਸੀਂ ਫਿਰ ਆਪਣੀ ਜ਼ਿੰਦਗੀ ਦੇ ਰਾਸਤੇ 'ਤੇ ਦੁਬਾਰਾ ਆ ਜਾਓਗੇ, ਆਪਣੀ ਸੋਚ ਨੂੰ ਪੋਜ਼ੀਟਿਵ ਵੱਲ ਲੈ ਕੇ ਚੱਲੋਗੇ, ਗਾਹਾਂ ਵੱਧ ਜਾਓਗੇ। ਉਸ ਤੋਂ ਅੱਗੇ ਆ ਗਿਆ, ਵਿਚਾਰਾਂ ਨੂੰ ਮੁੜ ਨਿਰਦੇਸ਼ ਦੇਣਾ। ਇਹ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਤਰੀਕਾ ਹੈ ਕਿ ਜਿਸ ਤਰ੍ਹਾਂ ਜਦੋਂ ਤੁਸੀਂ ਉਦਾਸੀ ਜਾਂ ਚਿੰਤਾ ਵਰਗੀਆਂ ਨਕਾਰਾਤਮਕ ਭਾਵਾਂ ਨੂੰ ਮਹਿਸੂਸ ਕਰਨਾ ਜਦੋਂ ਸ਼ੁਰੂ ਕਰ ਦਿੰਦੇ ਹੋ, ਤਾਂ ਜਿਹੜੇ ਮਨੋਚਿਕਿਤਸਕ ਹੁੰਦੇ ਆ ਨਾ, ਜਿਹਨੂੰ ਸਾਈਕੋਲੋਜਿਸਟ ਕਹਿ ਦਿੰਦੇ ਆਪਾਂ, ਉਹਨਾਂ ਦੁਆਰਾ ਵਰਤਿਆ ਜਾਣ ਵਾਲਾ ਇਹ ਇੱਕ ਵਧੀਆ ਢੰਗ ਆ ਕਿ ਆਪਣੇ ਵਿਚਾਰਾਂ ਨੂੰ ਨਿਯੰਤਰਣ ਕਰਨ ਵਿੱਚ ਜੋ ਕਿ ਸਹਾਇਤਾ ਕਰਦਾ। ਮਤਲਬ ਜੋ ਮਨੋਚਿਕਿਤਸਕ ਹੁੰਦੇ ਆ ਉਹ ਇਸ ਤਰੀਕੇ ਨੂੰ ਅਪਣਾਉਂਦੇ ਨੇ ਕਿ ਆਪਣੇ ਵਿਚਾਰਾਂ ਨੂੰ ਮੁੜ ਨਿਰਦੇਸ਼ ਦਿੰਦੇ ਨੇ। ਮਤਲਬ ਜਿੱਦਾਂ ਮੰਨ ਲਓ ਤੁਸੀਂ ਕਹਿੰਦੇ ਨਾ ਆਪਾਂ ਆਪਣਾ ਕੰਪਿਊਟਰ ਨੂੰ ਰੀਫਰੈਸ਼ ਕਰ ਦਿਓ ਯਾਰ, ਮੋਬਾਈਲ ਨੂੰ ਰੀਬੂਟ ਕਰ ਦਿਓ, ਅਤੇ ਇਸ ਤਰ੍ਹਾਂ ਆਪਣੇ ਸਾਡੇ ਦਿਮਾਗ ਨੂੰ ਵੀ ਸਾਨੂੰ ਇੱਕ ਵਾਰ ਰੀਫਰੈਸ਼ ਕਰ ਦੇਣਾ ਚਾਹੀਦਾ। ਪੁਰਾਣੀਆਂ ਜਿਹੜੀਆਂ ਨੈਗੇਟਿਵ ਥਿੰਕਾਂ ਉਹਨਾਂ ਨੂੰ ਕੱਢ ਦੇਣਾ ਚਾਹੀਦਾ ਅਤੇ ਉਹਨਾਂ ਨੂੰ ਨਿਊ ਪ੍ਰੋਗਰਾਮ ਦੇ ਨਾਲ, ਨਵੇਂ ਵਿਚਾਰਾਂ ਦੇ ਨਾਲ ਨਵੇਂ ਨਿਰਦੇਸ਼ ਦੇਣੇ ਚਾਹੀਦੇ ਆਪਣੇ ਦਿਮਾਗ ਨੂੰ, ਤਾਂ ਆਟੋਮੈਟਿਕਲੀ ਤੁਹਾਡੀ ਥਿੰਕਿੰਗ ਪੋਜ਼ੀਟਿਵ ਵੱਲ ਵਧੇਗੀ। ਉਸ ਤੋਂ ਬਾਅਦ ਹੈਗਾ ਸਫਲਤਾ ਬਾਰੇ ਸੋਚਣਾ। ਸਾਨੂੰ ਕਦੀ ਵੀ ਹਮੇਸ਼ਾ ਆਪਣੀ ਸਫਲਤਾ ਦੇ ਬਾਰੇ ਦੇ ਵਿੱਚ ਹੀ ਸੋਚਣਾ ਚਾਹੀਦਾ, ਅਸਫਲਤਾ ਬਾਰੇ ਨਹੀਂ, ਕਿਉਂਕਿ ਜੋ ਤੁਸੀਂ ਸੋਚੋਗੇ ਉਹੀ ਤੁਸੀਂ ਬਣੋਗੇ, ਉਹੀ ਤੁਸੀਂ ਕਰੋਗੇ। ਹੁਣ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਦੋ ਵਿਦਿਆਰਥੀ ਆ, ਪੂਰਾ ਸਾਲ ਨਹੀਂ ਪੜ੍ਹਦੇ, ਲਾਸਟ 1 ਮਹੀਨਾ ਬਚ ਗਿਆ, 30 ਦਿਨ ਬਚੇ ਆ, ਪੇਪਰ ਆ ਗਏ, ਫਾਈਨਲ ਐਗਜ਼ਾਮ ਆ ਗਏ ਆ।
ਹੁਣ ਉਹ 'ਚ ਇੱਕ ਵਿਦਿਆਰਥੀ ਆ ਜੋ ਨੈਗੇਟਿਵ ਸੋਚ ਰੱਖਦਾ, ਉਹ ਕਹਿੰਦਾ ਯਾਰ ਮੈਂ ਤਾਂ 11 ਮਹੀਨੇ ਦਾ ਪੜ੍ਹਿਆ ਨਹੀਂ, 1 ਮਹੀਨਾ ਬਚ ਗਿਆ ਅਤੇ ਹੁਣ ਮੈਂ ਪੇਪਰ ਦੇ ਕੇ ਕਿਸ ਤਰ੍ਹਾਂ ਪਾਸ ਹੋਵਾਂਗਾ, ਅਤੇ ਮੈਂ ਤਾਂ ਫੇਲ ਹੋ ਜਾਵਾਂਗਾ, ਮੈਂ ਪਾਸ ਨਹੀਂ ਹੋ ਸਕਦਾ। ਲੇਕਿਨ ਇਸ ਦੇ ਉਲਟ ਜਿਹੜਾ ਦੂਸਰਾ ਉਹਦਾ ਫਰੈਂਡ ਹੈ, ਦੂਸਰਾ ਵਿਅਕਤੀ ਹੈ, ਦੂਸਰਾ ਸਟੂਡੈਂਟ ਹੈ, ਉਹ ਸੋਚਦਾ ਯਾਰ ਪੂਰਾ ਸਾਲ ਤਾਂ ਮੇਰੇ ਤੋਂ ਪੜ੍ਹ ਨਹੀਂ ਹੋਇਆ, ਲੇਕਿਨ ਹਜੇ ਵੀ ਮੇਰੇ ਕੋਲ 1 ਮਹੀਨਾ ਜਾਂ 30 ਦਿਨ ਬਾਕੀ ਨੇ, ਕਿਉਂ ਨਾ ਮੈਂ 30 ਦਿਨਾਂ ਵਿੱਚ ਦਿਲ ਲਗਾ ਕੇ ਮਿਹਨਤ ਕਰਾਂ। ਮਤਲਬ ਕਿ 720 ਘੰਟੇ ਤਾਂ ਮੇਰੇ ਕੋਲ ਹੈਗੇ ਆ, ਜੇ 720 ਘੰਟਿਆਂ ਦੇ ਵਿੱਚੋਂ ਮੈਂ ਆਪਣਾ ਰੈਸਟ ਕਰਕੇ ਕੰਮ ਕੱਢ ਕੇ 300, 400, 450 ਘੰਟੇ ਵੀ ਮਨ ਲਗਾ ਕੇ ਪੜ੍ਹ ਲਾਂਗਾ, ਮੰਨਦਾ ਕਿ ਮੈਂ ਫਸਟ ਡਿਵੀਜ਼ਨ ਤਾਂ ਨਹੀਂ ਲੈ ਸਕਦਾ ਲੇਕਿਨ ਪਾਸ ਤਾਂ ਹੋ ਸਕਦਾ। ਅਤੇ ਉਹ ਬੱਚਾ ਇਸ ਤਰੀਕੇ ਨਾਲ ਕੰਮ ਕਰਦਾ ਅਤੇ ਪਾਸ ਵੀ ਹੁੰਦਾ, ਬਸ਼ਰਤੇ ਦੂਸਰੇ ਬੱਚੇ ਦੀ। ਕਹਿਣ ਦਾ ਮਤਲਬ ਕੀ, ਤੁਸੀਂ ਜੋ ਸੋਚਦੇ ਹੋ ਤੁਸੀਂ ਉਹੀ ਕਰਦੇ ਹੋ। ਤੁਸੀਂ ਵਧੀਆ ਸੋਚਣਾ ਹੈ ਅਤੇ ਸਫਲਤਾ ਬਾਰੇ ਹੀ ਸੋਚਣਾ, ਤਦ ਹੀ ਤੁਸੀਂ ਸਫਲ ਹੋ ਪਾਓਗੇ। ਜੇ ਪਹਿਲਾਂ ਹੀ ਕਹਿ ਤਾ ਵੀ ਮੈਂ ਤਾਂ ਕੰਮ ਕਰ ਹੀ ਨਹੀਂ ਸਕਦਾ, ਤਾਂ ਫਿਰ ਕੰਮ ਹੋਣਾ ਵੀ ਕਿੱਥੋਂ, ਨਹੀਂ ਹੋ ਸਕਦਾ। ਅੱਗੇ ਆ ਗਿਆ ਵਿਸ਼ਲੇਸ਼ਣ ਕਰਨਾ। ਇਹ ਵੀ ਇੱਕ ਬਹੁਤ ਵਧੀਆ ਗੱਲ ਹੈ ਕਿ ਵਿਸ਼ਲੇਸ਼ਣ ਕਰੋ ਕਿ ਗਲਤ ਕੀ ਹੋਇਆ। ਸਕਾਰਾਤਮਕ ਸੋਚ ਇਨਕਾਰ ਕਰਨ ਬਾਰੇ ਨਹੀਂ ਕਿ ਕੁਝ ਵੀ ਗਲਤ ਨਹੀਂ ਹੋ ਸਕਦਾ। ਮਤਲਬ ਇਹ ਨਹੀਂ ਕਿ ਸੋਚਣਾ ਵੀ ਮੇਰੇ, ਇਹ ਵੀ ਨਹੀਂ ਹੈ ਕਿ ਸਕਾਰਾਤਮਕ ਸੋਚ ਇਹਨੂੰ ਕਹਿੰਦੇ ਕਿ ਮੇਰੇ ਨਾਲ ਕੁਛ ਗਲਤ ਹੋ ਹੀ ਨਹੀਂ ਸਕਦਾ। ਨਹੀਂ, ਗਲਤ ਤਾਂ ਹੋ ਸਕਦਾ, ਗਲਤ ਹੁੰਦਾ ਵੀ ਆ। ਇਹ ਸੋਚਣ ਦੀ ਬਜਾਏ ਸਾਨੂੰ ਕੀ ਕਰਨਾ ਚਾਹੀਦਾ ਜਾਂ ਵੇਖਣਾ ਚਾਹੀਦਾ ਕਿ ਸਮੇਂ ਕੱਢਣਾ ਚਾਹੀਦਾ ਕਿ ਸਾਡੇ ਨਾਲ ਕੀ ਗਲਤ ਹੋਇਆ ਹੈ। ਜੇ ਸਾਨੂੰ ਕੋਈ ਕੰਪਨੀ 'ਚ ਕਿਸੇ ਨੁਕਸਾਨ ਪੈ ਗਿਆ, ਬਿਜ਼ਨਸ ਨੁਕਸਾਨ ਪੈ ਗਿਆ ਜਾਂ ਕੋਈ ਸਾਡਾ ਨੁਕਸਾਨ ਹੋ ਗਿਆ, ਤਾਂ ਉਹਦੇ ਵਿੱਚ ਸਾਨੂੰ ਇਹ ਸੋਚਣਾ ਚਾਹੀਦਾ ਹੈ ਸਮੇਂ ਕੱਢ ਕੇ ਵੀ ਕੀ ਸਾਡੇ ਨਾਲ ਗਲਤ ਹੋਇਆ, ਅਤੇ ਭਵਿੱਖ ਵਿੱਚ ਉਹਨਾਂ ਗਲਤੀਆਂ ਤੋਂ ਬਚਣ ਲਈ ਅਤੇ ਹੋਰ ਸਕਾਰਾਤਮਕ ਹੋਣ ਲਈ ਸਾਡੀ ਮੌਜੂਦਾ ਜਿਹੜੀ ਸਥਿਤੀ ਹੈ ਉਹਦਾ ਕੀ ਕਾਰਨ ਹੈ। ਵੀ ਹੁਣ ਦੀ ਜੇ ਸਾਡਾ ਨੁਕਸਾਨ ਹੋਇਆ ਇਸ ਸਥਿਤੀ ਦੇ ਵਿੱਚ, ਤਾਂ ਸਾਡੀ ਹੁਣ ਸਥਿਤੀ ਕੀ ਆ ਅਤੇ ਇਹਨੂੰ ਅਸੀਂ ਕਿੱਦਾਂ ਚੇਂਜ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਨੁਕਸਾਨ ਜਾਂ ਇਹ ਨਾ ਹੋਵੇ। ਵਿਸ਼ਲੇਸ਼ਣ ਕਰਨਾ। ਅੱਗੇ ਆ ਗਿਆ ਅਸਫਲਤਾ ਨੂੰ ਅਵਸਰ ਮੰਨਣਾ। ਇਹ ਵੀ ਇੱਕ ਬਹੁਤ ਵੱਡਾ ਪੁਆਇੰਟ ਹੈ। ਕਦੀ ਵੀ ਸਾਨੂੰ ਜਿਸਲੇ ਕਦੀ ਅਸੀਂ ਕਿਸੇ ਕੰਮ ਵਿੱਚ ਅਸਫਲ ਹੋ ਜਾਂਦੇ ਹਾਂ, ਤਾਂ ਸਾਨੂੰ ਉਸ ਕੰਮ ਨੂੰ ਛੱਡ ਨਹੀਂ ਦੇਣਾ ਚਾਹੀਦਾ, ਇਹ ਮੰਨ ਕੇ ਕਿ ਨਹੀਂ ਯਾਰ ਮੇਰੇ ਤੋਂ ਤਾਂ ਹੋਣਾ ਹੀ ਨਹੀਂ। ਅਸਫਲਤਾ ਨੂੰ ਇੱਕ ਅਵਸਰ ਮੰਨੋ ਕਿ ਨਹੀਂ ਯਾਰ ਮੈਨੂੰ ਗੌਡ ਨੇ ਇੱਕ ਅਵਸਰ ਹੋਰ ਦੇ ਦਿੱਤਾ, ਮੈਂ ਹੁਣ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕਦਾ, ਹੋ ਸਕਦਾ ਕਿ ਇਸ ਤੋਂ ਵਧੀਆ ਤਰੀਕੇ ਨਾਲ। ਹੁਣ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ ਥੋਮਸ ਐਡੀਸਨ। ਤੁਸੀਂ ਨਾਮ ਸੁਣਿਆ ਹੋਵੇਗਾ ਸਭ ਨੂੰ। ਥੋਮਸ ਐਡੀਸਨ ਉਹ ਬੰਦਾ ਸੀ ਜਿਸ ਨੇ ਕਿ ਬਲਬ ਇਨਵੈਂਟ ਕੀਤਾ ਸੀ, ਬਲਬ ਦੀ ਖੋਜ ਕੀਤੀ ਸੀ। ਉਹ ਬੰਦਾ ਆਪਣੀ ਜ਼ਿੰਦਗੀ ਵਿੱਚ 1000 ਵਾਰ, ਪੂਰਾ 1000 ਵਾਰ ਫੇਲ ਹੋਇਆ ਅਤੇ 1001ਵੇਂ ਪ੍ਰਯੋਗ ਵਿੱਚ ਉਸਨੇ ਬਲਬ ਬਣਾਇਆ। ਹੁਣ ਤੁਸੀਂ ਸੋਚੋ, ਅਗਰ ਉਹ ਇਨਸਾਨ ਇਸ ਤਰ੍ਹਾਂ ਦੀ ਸੋਚ ਰੱਖਦਾ ਕਿ ਨਹੀਂ ਯਾਰ ਮੈਂ ਤਾਂ ਫੇਲ ਹੋ ਗਿਆ, 1 ਵਾਰੀ ਹੋ ਗਿਆ, 2 ਵਾਰੀ ਹੋ ਗਿਆ, 500 ਵਾਰੀ ਹੋ ਗਿਆ, 700 ਵਾਰੀ, ਚਲੋ ਇਹ ਮੰਨ ਲਓ ਕਿ ਅਗਰ ਉਹ ਕਹਿੰਦਾ 1000 ਵਾਰ ਫੇਲ ਹੋਣ ਤੋਂ ਬਾਅਦ ਜੇ ਉਹ ਕਹਿੰਦਾ ਨਹੀਂ ਯਾਰ ਮੈਂ ਤਾਂ 1000 ਵਾਰ ਪ੍ਰੈਕਟੀਕਲ ਕਰ ਲਿਆ, ਮੈਂ ਤਾਂ ਫੇਲ ਹੋ ਗਿਆ, ਹੁਣ ਮੈਂ ਬਲਬ ਨਹੀਂ ਬਣਾ ਸਕਦਾ, ਤਾਂ ਹੋ ਸਕਦਾ ਕਿ ਸਾਡੇ ਕੋਲ ਬਲਬ ਨਹੀਂ ਹੁੰਦਾ ਜਾਂ ਫਿਰ ਕੋਈ ਹੋਰ ਬਣਾਉਂਦਾ ਲੇਕਿਨ ਉਹ ਨਹੀਂ ਬਣਾ ਪਾਉਂਦਾ। ਲੇਕਿਨ ਉਹਨੇ 1000 ਵਾਰ ਫੇਲ ਹੋਣ ਤੋਂ ਬਾਅਦ ਵੀ ਆਪਣੇ ਜਿਹੜੇ ਸੰਕਲਪ ਆ, ਦ੍ਰਿੜ ਨਿਸ਼ਚੇ ਨਾਲ ਆਪਣੀ ਸੋਚ ਨੂੰ ਪੋਜ਼ੀਟਿਵ ਰੱਖਦੇ ਹੋਏ 1001 ਵਾਰੀ ਜਦੋਂ ਪ੍ਰਯੋਗ ਕੀਤਾ ਤਾਂ ਉਹ ਉਹਦੇ ਵਿੱਚ ਕਾਮਯਾਬ ਹੋ ਗਿਆ। ਮਤਲਬ ਕੀ ਹੈ, ਸਾਨੂੰ ਕਦੀ ਵੀ ਅਗਰ ਅਸੀਂ ਅਸਫਲ ਹੁੰਦੇ ਹਾਂ ਤਾਂ ਉਸਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਨਹੀਂ ਇਹ ਮੇਰੀ ਅਸਫਲਤਾ ਹੈ, ਸਮਾਂ ਇੱਕ ਅਵਸਰ ਦੇ ਤੌਰ 'ਤੇ ਮੰਨੋ ਕਿ ਨਹੀਂ ਯਾਰ ਮੈਂ ਇਸ ਤੋਂ ਵਧੀਆ ਹੋਰ ਕਰ ਸਕਦਾ, ਤਦ ਜ਼ਿੰਦਗੀ ਵਿੱਚ ਤੁਸੀਂ ਕਾਮਯਾਬ ਹੋ ਸਕੋਗੇ। ਅਗਰ ਲਾਸਟ ਵਿੱਚ ਕੀ ਆ ਗਿਆ, ਆਪਣੀ ਕਲਪਨਾ ਅਤੇ ਕਲਪਨਾ ਦੇ ਕੰਮ। ਹੁਣ ਇੱਥੇ ਕਲਪਨਾ ਦਾ ਮਤਲਬ ਹੈਗਾ ਆ ਕਿ ਇੱਕ ਗੋਲ ਸੈੱਟ ਕਰਨਾ, ਇੱਕ ਟੀਚਾ ਬਣਾਉਣਾ। ਮਤਲਬ ਕਿ ਤੁਸੀਂ ਜੋ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਫਿਰ ਜਿਸ ਵਿਅਕਤੀ ਵਰਗਾ ਤੁਸੀਂ ਬਣਨਾ ਚਾਹੁੰਦੇ ਹੋ ਉਸ ਬਾਰੇ ਕਲਪਨਾ ਕਰਨਾ, ਉਹਦੇ ਬਾਰੇ ਸੋਚਣਾ ਤੁਹਾਨੂੰ ਉੱਥੇ ਲਿਜਾਣ ਲਈ ਪ੍ਰੇਰਨਾਦਾਇਕ ਸਾਬਿਤ ਹੋ ਸਕਦਾ ਹੈ ਅਤੇ ਤੁਹਾਨੂੰ ਉਸ ਦੂਰੀ ਬਾਰੇ ਵਧੇਰੇ ਸਕਾਰਾਤਮਕ ਸੋਚ 'ਤੇ ਸੋਚਣ ਲਈ ਮਜਬੂਰ ਕਰ ਸਕਦਾ ਹੈ, ਜਿਸ ਦੀ ਮੰਜ਼ਿਲ ਤੁਸੀਂ ਤਿਆਗ ਨਹੀਂ ਸਕਦੇ। ਮਤਲਬ ਕੀ ਆ, ਤੁਹਾਨੂੰ ਇੱਕ ਆਪਣਾ ਗੋਲ ਸੈੱਟ ਕਰਨਾ ਚਾਹੀਦਾ, ਇੱਕ ਆਪਣਾ ਇੱਕ ਟੀਚਾ ਬਣਾਉਣਾ ਚਾਹੀਦਾ ਕਿ ਮੈਂ ਨਹੀਂ ਯਾਰ ਇਸ ਜਗ੍ਹਾ 'ਤੇ ਪਹੁੰਚਣਾ, ਜੇ ਮੈਂ ਆਹ ਕੰਮ ਕਰਨਾ, ਤਦ ਹੀ ਤੁਸੀਂ ਉਸ ਕਲਪਨਾ ਦੇ ਉੱਤੇ, ਉਸ ਟੀਚੇ ਦੇ ਪ੍ਰਤੀ ਆਪਣਾ ਕੰਮ ਕਰ ਸਕਦੇ ਹੋ। ਹੁਣ ਐਗਜ਼ਾਮਪਲ ਲੈ ਲੈਂਦੇ ਹਾਂ, ਇੱਕ ਬੰਦਾ ਚੁਰਾਹੇ ਵਿੱਚ ਖੜ੍ਹਾ ਹੈ
ਉਧਰੋਂ ਇੱਕ ਦੂਸਰਾ ਬੰਦਾ ਆ ਰਿਹਾ, ਉਹ ਖੜੇ ਬੰਦੇ ਨੇ ਉਹ ਪੁੱਛਿਆ ਉਹਨੂੰ ਵੀ ਰਸਤਾ ਕਿੱਧਰ ਜਾ ਰਿਹਾ। ਉਸਨੇ ਪੁੱਛਿਆ ਭਾਈ ਸਾਹਿਬ ਤੁਸੀਂ ਕਿੱਧਰ ਜਾਣਾ? ਕਹਿੰਦਾ ਯਾਰ ਮੈਨੂੰ ਪਤਾ ਨਹੀਂ ਮੈਂ ਕਿੱਧਰ ਜਾਣਾ। ਉਹ ਕਹਿੰਦਾ ਫਿਰ ਯਾਰ ਚਾਰ ਰਸਤੇ ਆ, ਜਿਹੜਾ ਮਰਜ਼ੀ ਪਕੜ ਲਓ। ਜੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿੱਧਰ ਜਾਣਾ ਹੈ, ਤੁਹਾਡੀ ਮੰਜ਼ਿਲ ਕੀ ਹੈ, ਤਾਂ ਫਿਰ ਤਾਂ ਕੋਈ ਵੀ ਰਸਤਾ ਪਕੜ ਲਓ ਇਹਨਾਂ 'ਚੋਂ। ਕਹਿਣ ਦਾ ਮਤਲਬ ਕਿ ਸਾਨੂੰ ਆਪਣੀ ਮੰਜ਼ਿਲ ਬਾਰੇ, ਸਾਨੂੰ ਆਪਣੇ ਗੋਲ ਬਾਰੇ ਪਤਾ ਹੋਣਾ ਚਾਹੀਦਾ, ਤਦ ਹੀ ਅਸੀਂ ਉਸ ਦੇ ਉੱਤੇ ਕੰਮ ਕਰਕੇ ਉਸ ਰਸਤੇ ਨੂੰ ਤੈਅ ਕਰਕੇ ਉੱਥੇ ਤੱਕ ਪਹੁੰਚ ਪਾਵਾਂਗੇ। ਇਹ ਤਦ ਹੀ ਹੋ ਸਕਦਾ ਹੈ ਕਿ ਜੇ ਸਾਨੂੰ ਆਪਣੀ ਸੋਚ ਜਿਹੜੀ ਹੈ ਉਹ ਅਸੀਂ ਸਕਾਰਾਤਮਕ ਰੱਖਾਂਗੇ, ਪੋਜ਼ੀਟਿਵ ਥਿੰਕਿੰਗ ਰੱਖਾਂਗੇ, ਤਦ ਹੀ ਤੁਸੀਂ ਜ਼ਿੰਦਗੀ ਵਿੱਚ ਅੱਗੇ ਵੱਧ ਸਕਦੇ ਹੋ। ਤਾਂ ਸੋ ਪਿਆਰੇ ਵਿਦਿਆਰਥੀਓ, ਇਹ ਸਾਡਾ ਜਿਹੜਾ ਅੱਜ ਦਾ ਟੌਪਿਕ ਜਾਂ ਵਿਸ਼ਾ ਸੀ ਪੋਜ਼ੀਟਿਵ ਥਿੰਕਿੰਗ। ਅੱਜ ਦੇ ਇਸ ਵੀਡੀਓ ਵਿੱਚ ਆਪਾਂ ਸਕਾਰਾਤਮਕ ਸੋਚ ਬਾਰੇ ਜਾਣਿਆ, ਉਸਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ ਅਤੇ ਇਸ ਦੇ ਸਾਡੀ ਜ਼ਿੰਦਗੀ ਵਿੱਚ ਕੀ ਫਾਇਦੇ ਹਨ ਇਹ ਵੀ ਸਿੱਖਿਆ। ਅਤੇ ਮੈਂ ਉਮੀਦ ਕਰਦਾ ਹਾਂ ਕਿ ਅੱਜ ਦੇ ਇਸ ਵੀਡੀਓ ਨਾਲ ਤੁਹਾਡੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਹੋਵੇਗਾ। ਅਤੇ ਜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਆਪਣੀ ਸੋਚ ਨੂੰ ਨਕਾਰਾਤਮਕ ਨਾ ਰੱਖਦੇ ਹੋਏ ਸਕਾਰਾਤਮਕ ਢੰਗ ਨਾਲ ਇਸਤੇਮਾਲ ਕਰਕੇ ਜਾਂ ਕਰੋਗੇ, ਤਾਂ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਵਿੱਚ ਸਫਲ ਹੋਵੋਗੇ। ਅੱਜ ਦੇ ਇਸ ਲੈਕਚਰ ਵਿੱਚ ਇੰਨਾ ਹੀ। ਧੰਨਵਾਦ, ਸ਼ੁਕਰੀਆ, ਥੈਂਕ ਯੂ।